ਆਏ ਨਾਮ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਵੂਂ, ਬਹੋਰੀ। ਤੇਗ ਬਹਾਦਰ ਪਰਮੰ ਕਿਰਪਾਲਾ, ਵਾਹਿਗੁਰੂ ਪਰਮੰ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪੱਗ ਪੁੰਨ ਪੁੰਨ ਸੀਸਾ, ਪੱਗ ਪੁੰਨ ਪੁੰਨ ਸੀਸਾ। ਬੰਦੋਂ ਜੀ ਬਾਰ ਬਾਰ ਜਗਦੀਸ਼ਾ, ਜਾਂ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਧੰਨ ਸ਼੍ਰੀ ਗੁਰੂ ਗ੍ਰੰਥ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਤਿਉ ਤੁਮ ਨਾਮ ਜਪੋਗੇ ਜਬ ਹੀ, ਜਨਮ ਮਰਨ ਤੇ ਛੁਟਹੁ ਤਬ ਹੀ। ਹੁਜੈ ਬਿਖੈ ਬਿਲਾਸ ਨਿਰਾਸੇ, ਜਪੋ ਨਾਮ ਸਤਿਗੁਰ ਪਰਵਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ, ਜਿਸ ਡਿਠੇ ਸਭ ਦੁੱਖ ਜਾਏ, ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ, ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ। ਸਤਨਾਮ
ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਭਾਈ ਮਰਦਾਨਾ ਜੀ ਨੇ ਇੱਛਾ ਪ੍ਰਗਟ ਕੀਤੀ ਸੀ ਕਿ ਜਿਹੜੇ 7 ਟਾਪੂ ਨੇ, ਦੀਪ ਨੇ, ਜਖੀਰੇ ਨੇ, ਮਹਾਰਾਜ ਉਹਨਾਂ ਦੀ ਯਾਤਰਾ ਕਰਾਈ ਜਾਏ। ਸਤਿਗੁਰੂ ਜੀ ਕਰੌਚ ਨਾਮੀ ਦੀਪ ਤੇ ਪਹੁੰਚੇ ਨੇ। ਕਰੌਚ ਨਾਮ ਤੈ ਦੀਪ ਕੋ ਨਰ ਸੁੰਦਰ ਸੁਮਦਾਏ ਸੁਖ ਬਿਲਾਸ ਭੋਗੈ ਘਣੋ ਰਹੇ ਵਿਸ਼ੇ ਲਪਟਾਏ। ਇਥੋਂ ਦੇ ਲੋਕ ਸਰੀਰ ਕਰਕੇ ਸੁੰਦਰ ਸਨ ਔਰ ਉਹ ਸੁਖ ਭੋਗਾਂ ਵਿੱਚ, ਵਿਸ਼ੇ ਵਿਕਾਰਾਂ ਦੇ ਵਿੱਚ ਲਿਪਟੇ ਰਹਿੰਦੇ ਸਨ। ਸ਼੍ਰੀ ਗੁਰ ਕੋ ਜਬ ਹੀ ਨਰ ਦੇਖਾ ਟਿਗ ਆਏ ਧਰ ਭਾਉ ਵਿਸ਼ੇਖਾ ਬੰਧਨ ਕਰਹੀ ਬੈਣ ਸਮੀਪਾ ਸੁਣ ਕੇ ਸੁਧ ਆਇਓ ਅਵਨੀਪਾ। ਪਹਿਲਾਂ ਉਥੋਂ ਦੇ ਲੋਕ ਆਏ ਨੇ, ਫਿਰ ਉਥੋਂ ਦਾ ਰਾਜਾ ਵੀ ਆਇਆ, ਪਰ ਇਹ ਬੇਅਦਬ ਲੋਕ ਨਹੀਂ ਸਨ। ਇਹਨਾਂ ਨੇ ਸਤਿਗੁਰੂ ਜੀ ਦਾ ਸਨਮਾਨ ਕੀਤਾ, ਮੱਥਾ ਵੀ ਟੇਕਿਆ, ਸਤਿਗੁਰੂ ਜੀ ਦੇ ਕੋਲ ਹਾਜ਼ਰੀਆਂ ਵੀ ਭਰੀਆਂ। ਸਤਿਗੁਰੂ ਜੀ ਤਰੁੱਠੇ ਨੇ ਔਰ ਇਹਨਾਂ ਨੂੰ ਉਪਦੇਸ਼ ਦਿੰਦੇ ਨੇ। ਕਹਿਣ ਲੱਗੇ, ਭਾਈ ਸਭ ਤੋਂ ਵੱਡੀ ਮੌਤ ਹੈ, ਬਲੀ ਕਾਲ ਭਗਵਾਨ ਅਪਾਰਾ ਭਖਤ ਹੈ ਸਗਰੋ ਸੰਸਾਰਾ ਸੁਰ ਬ੍ਰਹਮਾਦਿਕ ਤੇ ਹੈ ਜੇਤੇ ਪੰਨੰਗ ਮਾਨਵ ਦਾਨਵ ਕੇਤੇ। ਦੇਵੀ ਦੇਵਤਿਆਂ ਤੋਂ ਲੈ ਕੇ ਜਿਹੜੇ ਵੱਡੇ ਵੱਡੇ ਅਵਤਾਰੀ ਪੁਰਖ ਵੀ ਹੋਏ ਨੇ, ਇਸ ਕਾਲ ਨੇ ਸਭ ਨੂੰ ਗਰਸਿਆ। ਅਪਰ ਸਮਰੱਥ ਸਰਬ ਵਿਦ ਜੋ ਤੈ ਕੇ ਆਗੇ ਛੁਟੇ ਨਾ ਕੋ। ਇਹ ਮੰਨਿਆ ਜਾ ਸਕਦਾ ਦੁਨੀਆ ਦੇ ਵਿੱਚ ਕੋਈ ਵੱਡਾ ਹੈ, ਕੋਈ ਵੱਡਾ ਹੈ, ਪਰ ਮੌਤ ਤੋਂ ਵੱਡਾ ਤਾਂ ਕੋਈ ਵੀ ਨਹੀਂ ਹੈ। ਇਹ ਜਿਹੜੀ ਮੌਤ ਹੈ, ਇਹ ਸਭ ਕੋ ਲੈ ਜਾਈ ਹੈ ਰੇ। ਇਹਨੇ ਕਿਸੇ ਨੂੰ ਛੱਡਿਆ ਨਹੀਂ ਹੈ। ਛੋਟੇ ਤੋਂ ਲੈ ਕੇ ਵੱਡੇ ਤੱਕ, ਅਮੀਰ ਤੋਂ ਲੈ ਕੇ ਗਰੀਬ ਤੱਕ। ਇੱਥੇ ਫਿਰ ਸਤਿਗੁਰੂ ਜੀ ਨੇ ਇੱਕ ਉਦਾਹਰਣ ਦਿੱਤੀ ਹੈ ਕਿ ਚੱਕੀ ਦੇ 2 ਪੁੜ ਹੁੰਦੇ ਨੇ, ਦੋਏ ਪੁੜ ਚੱਕੀ ਜੋੜ ਕੇ ਪੀਸਨ ਆਏ ਬਿਹਿਠ। ਜਦੋਂ ਕੋਈ ਦਾਣੇ ਪੀਣ ਵਾਸਤੇ, ਆਟਾ ਪੀਸਣ ਵਾਸਤੇ ਕੋਈ ਚੱਕੀ ਜੋੜਦਾ ਹੈ, ਅੱਜ ਦੇ ਬੱਚਿਆਂ ਵਾਸਤੇ ਤਾਂ ਇਹ ਵੀ ਗੂਗਲ ਤੋਂ ਭਾਵੇਂ ਪਤਾ ਲੱਗੇ ਇਹਨਾਂ ਨੂੰ, ਜਾਂ ਕੋਈ ਫੇਸਬੁੱਕ ਤੇ ਕੋਈ ਪੋਸਟ ਪਾ ਦੇ ਤੇ ਪਤਾ ਲੱਗੇਗਾ ਵੀ ਚੱਕੀ ਕੀ ਹੁੰਦੀ ਸੀ। ਪਰ ਮੇਰੀ ਉਮਰ ਦੇ ਆਮ ਆਦਮੀ ਨੇ ਚੱਕੀ ਵੇਖੀ ਹੋਏਗੀ ਵੀ ਘਰ ਵਿੱਚ 2 ਪੱਥਰ ਦੇ ਪੁੜ ਹੁੰਦੇ ਸੀ। ਜਿਹੜਾ ਥਰੜਾ ਪੁੜ ਸੀ ਤਕਰੀਬਨ ਉਹ ਘਰ ਵਿੱਚ ਇੱਕ ਜਗ੍ਹਾ ਤੇ ਪਰਮਾਨੈਂਟ ਗੱਡਿਆ ਹੁੰਦਾ ਸੀ।
ਉਤਲਾ ਪੁੜ ਚੁੱਕ ਲਿਆ ਜਾਂਦਾ ਸੀ ਤੇ ਤਕਰੀਬਨ ਘਰ ਵਿੱਚ ਹੀ ਆਟਾ ਪੀਸਿਆ ਜਾਂਦਾ ਸੀ, ਦਾਲਾਂ ਪੀਸੀਆਂ ਜਾਂਦੀਆਂ ਸੀ, ਦਲੀਆਂ ਜਾਂਦੀਆਂ ਸੀ। ਹੌਲੀ ਹੌਲੀ ਗ੍ਰੈਂਡਰ ਆਉਣੇ ਸ਼ੁਰੂ ਹੋਏ, ਫਿਰ ਸਾਰਾ ਕੁਝ ਰੈਡੀਮੇਡ ਆਉਣਾ ਸ਼ੁਰੂ ਹੋ ਗਿਆ, ਆਟਾ ਵੀ ਥੈਲੀਆਂ 'ਚ ਆ ਗਿਆ ਤੇ ਮਸਾਲੇ ਵੀ ਜਿਹੜੇ ਸੀ ਉਹ ਵੀ ਥੈਲੀਆਂ 'ਚ ਪੈਕ ਹੋ ਗਏ। ਪਰ ਜਦੋਂ ਚੱਕੀ ਦਾ ਵਕਤ ਸੀ ਤਾਂ ਇਹ ਹਰ ਘਰ ਵਿੱਚ ਬੱਚੇ ਵੀ ਵੇਖਦੇ ਸੀ ਕਿ ਦਾਣੇ ਪੀਸਣ ਲੱਗਿਆ ਕੁਝ ਦਾਣੇ ਜਿਹੜੇ ਕਿੱਲੀ ਦੇ ਨਾਲ ਜੁੜੇ। ਸਤਿਗੁਰੂ ਜੀ ਨੇ ਵੀ ਉਹਨਾਂ ਲੋਕਾਂ ਨੂੰ ਸਮਝਾਇਆ ਕਿ ਜਿਉਂ ਦਾਣੇ ਕੋ ਚਾਬਤ ਚਾਕੀ ਤਿਉ ਨਾ ਬਚੈ ਕੋਈ ਅਗਾਰੀ ਬਾਕੀ, ਭੈ ਕਰ ਸ਼ਰਨ ਗਹੋ ਤੁਮ ਤਾਕੀ ਸਮਤਾ ਕਰ ਨਾ ਸਕੇ ਕੋ ਜਾਂਕੀ, ਜਿਉ ਕੀਲੀ ਟਿਗ ਰਹੇ ਜੋ ਦਾਨੋ ਉਬਰੈ ਸੋ ਉਰ ਲਿਹੋ ਪਛਾਨੋ। ਰੱਬ ਦੇ ਨੇੜੇ ਜਾਣ ਤੋਂ ਭਾਵ ਇਹ ਹੈ ਜਿਵੇਂ ਦੋ ਪੁੜਾਂ ਦੀ ਚੱਕੀ ਚੱਲਦੀ ਹੋਵੇ ਤੇ ਕਿੱਲੀ ਦੇ ਕੋਲ ਟਿਕੇ ਰਹੋ ਤਾਂ ਚੱਲਦੇ ਦੋ ਪੁੜ ਕੁਝ ਨਹੀਂ ਕਹਿ ਸਕਦੇ। ਕਿੱਲੀ ਦੇ ਕੋਲ ਜਿਹੜੇ ਦਾਣੇ ਰਹਿ ਜਾਂਦੇ ਨੇ ਉਹ ਬਚ ਜਾਂਦੇ ਨੇ, ਜਿਹੜੇ ਕਿੱਲੀ ਤੋਂ ਪਰਾਂ ਗਏ ਉਹ ਪੁੜਾਂ ਦੇ ਥੱਲੇ ਆਏ ਤੇ ਪਿਸ ਗਏ। ਇੱਥੋਂ ਤੱਕ ਆਪਾਂ ਨੇ ਕੱਲ ਕਥਾ ਸੁਣੀ ਸੀ। ਹਾਂਜੀ। ਤਿਉ ਤੁਮ ਨਾਮ ਜਪੋਗੇ ਜਬ ਹੀ, ਜਨਮ ਮਰਨ ਤੇ ਛੁਟਹੁ ਤਬ ਹੀ। ਸਤਿਗੁਰੂ ਜੀ ਨੇ ਸਮਝਾਇਆ ਕਿ ਭਾਈ ਨਾਮ ਜਪਿਆ ਕਰੋ। ਜਿਹੜੀ ਕਿੱਲੀ ਹੈ ਉਹ ਵਾਹਿਗੁਰੂ ਹੈ। ਲੱਖ ਦੁਨੀਆ ਵਿੱਚ ਹਨੇਰੀਆਂ ਝੁੱਲਣ, ਝੱਖੜ ਝੁੱਲਣ, ਆਫਤਾਂ ਆਉਣ, ਮਹਾਮਾਰੀਆਂ ਆਉਣ, ਕੀ ਫਰਕ ਪੈਂਦਾ ਹੈ? ਅੱਜ ਵੀ ਤੁਸੀਂ ਵੇਖੋ ਐਸੇ ਵੀ ਲੋਕ ਹੈਗੇ ਨੇ ਜਿਹੜੇ ਵੈਂਟੀਲੇਟਰ ਤੋਂ ਵੀ ਵਾਪਸ ਆਏ ਨੇ। ਇੱਕ ਉਹ ਵੀ ਨੇ ਕਿ ਜਿਨ੍ਹਾਂ ਨੂੰ ਆਕਸੀਜਨ ਲੱਗਣ ਦਾ ਵੀ ਮੌਕਾ ਨਹੀਂ ਮਿਲਿਆ ਔਰ ਉਹ ਚਲੇ ਗਏ। ਅਸੀਂ ਸਤਿਗੁਰੂ ਦੀ ਬਾਣੀ ਚੋਂ ਦੋਨੋਂ ਹੀ ਚੀਜ਼ਾਂ ਰੋਜ਼ ਪੜ੍ਹਦੇ ਹਾਂ। ਇੱਕ ਹੈ ਕਿ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਇਹਨੂੰ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ, ਪੁੱਤਰ ਮਾਰਨ ਵਾਲੇ ਨਾਲੋਂ ਜਿਹੜਾ ਰੱਖਣ ਵਾਲਾ ਹੈ ਉਹ ਡਾਢਾ ਹੈ। ਜੇ ਰੱਬ ਰੱਖਣਾ ਚਾਹੇ ਤੇ ਦੁਨੀਆ 'ਚ ਕੋਈ ਨਹੀਂ ਮਾਰ ਸਕਦਾ। ਮੈਂ ਤਾਂ ਕੱਲ ਵੀ ਬੇਨਤੀ ਕੀਤੀ ਸੀ ਵੀ ਕੋਈ ਬੰਦਾ ਉੱਚੀ ਉੱਚੀ ਰੱਬ ਦਾ ਨਾਂ ਲੈ ਰਿਹਾ ਸੀ ਤੇ ਕੋਈ ਡਿਸਟਰਬ ਹੋ ਰਿਹਾ ਹੋਣਾ, ਜਿਵੇਂ ਸਾਨੂੰ ਆਦਤ ਹੈ ਕਿ ਅਸੀਂ ਖੁਦ ਪਾਠ ਸੁਣੀਏ ਨਾ ਸੁਣੀਏ ਪਰ ਕੋਠੇ ਤੇ ਸਪੀਕਰ ਜ਼ਰੂਰ ਲਾਈਦਾ। ਤੇ ਹੁਣ ਸਾਰੀ ਦੁਨੀਆ ਤੇ ਗੁਰਮੁਖ ਨਹੀਂ ਹੈਗੀ ਨਾ, ਕਈ ਤੁਹਾਡਾ ਥੈਂਕ ਯੂ ਵੀ ਕਰਨਗੇ ਕਿ ਭਾਈ ਉਹ ਪਤਾ ਨਹੀਂ ਕਿੱਥੇ ਬਾਣੀ ਪੜ੍ਹੀ ਜਾ ਰਹੀ ਹੈ ਪਰ ਅੰਮ੍ਰਿਤ ਵਰਖਾ ਸਾਡੇ ਘਰ ਹੋ ਰਹੀ ਹੈ। ਪਰ ਕਈ ਐਸੇ ਵੀ ਲੋਕ ਹੋਣਗੇ ਜਿਹੜੇ ਕਹਿਣਗੇ ਵੀ ਪਤਾ ਨਹੀਂ ਇਹਨਾਂ ਦਾ ਕਦੋਂ ਭੋਗ ਪੈਣਾ ਹੈ ਤੇ ਕਦੋਂ ਸਪੀਕਰ ਬੰਦ ਹੋਣਾ ਹੈ। ਸੰਸਾਰ ਦੇ ਵਿੱਚ ਜੀਵ ਇੱਕ ਵਰਗੇ ਰੱਬ ਨੇ ਪੈਦਾ ਨਹੀਂ ਕੀਤੇ। ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਸਭ ਦੇ ਸੁਭਾਅ ਵੱਖਰੇ ਵੱਖਰੇ ਨੇ। ਹੁਣ ਕਿਸੇ ਨੇ ਦੂਜੇ ਨੂੰ ਰੋਕਿਆ ਵੀ ਤੂੰ ਇੰਨਾ ਉੱਚੀ ਉੱਚੀ ਰੱਬ ਨੂੰ ਬੋਲ ਰਿਹਾ ਹੈ, ਹੌਲੀ ਬੋਲ ਲੈ, ਮੂੰਹ 'ਚ ਬੋਲ ਲੈ। ਉਹ ਨਹੀਂ ਹਟਿਆ। ਉਹਨੇ ਇੱਕ ਗੱਲ ਬੜੀ ਵਧੀਆ ਕਹੀ, ਕਹਿੰਦਾ ਤੂੰ ਰੱਬ ਨੂੰ ਇੰਨੀ ਉੱਚੀ ਬੁਲਾ ਰਿਹਾ ਨਾ, ਜੇ ਕਹਿੰਦਾ ਰੱਬ ਨੇ ਹੌਲੀ ਜੀ ਬੁਲਾ ਲਿਆ ਨਾ ਤੇ ਤੈਨੂੰ ਜਾਣਾ ਪੈਣਾ ਹੈ। ਵੀ ਤੂੰ ਤੇ ਇੰਨੀ ਉੱਚੀ ਬੁਲਾ ਰਿਹਾ ਤੇ ਕੋਈ ਫਰਕ ਨਹੀਂ ਪੈ ਰਿਹਾ।
ਤੇ ਜੇ ਰੱਬ ਨੇ ਥੋੜਾ ਜਿਹਾ ਹੌਲੀ ਜੀ ਵੀ ਆਵਾਜ਼ ਮਾਰ ਲਈ ਵੀ ਆ ਜਾ ਬਈ, ਸੱਚ ਤੇ ਹੀ ਹੈ ਵੀ ਘੱਲੇ ਆਵੇਂ ਨਾਨਕਾ ਸਦੇ ਉੱਠੀ ਜਾਹੇ। ਇੱਕ ਮਾੜੀ ਜੀ ਸਾਦੀ ਪੈਣੀ ਹੈ। ਸੱਦ ਦੀ ਦਾ ਅਰਥ ਹੁੰਦਾ ਸਦੜਾ, ਆਵਾਜ਼, ਇਨਵੀਟੇਸ਼ਨ, ਬੁਲਾਵਾ। ਜਿਵੇਂ ਮਾਤਾ ਦੀਆਂ ਪਿਟਾਵਾਂ ਵਾਲੇ ਪੜ੍ਹਦੇ ਨੇ ਨਾ ਵੀ ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ। ਬੁਲਾਵੇ ਦਾ ਅਰਥ ਵੀ ਸਾਦੀ ਹੁੰਦਾ, ਸਦੜਾ ਹੀ ਹੁੰਦਾ ਹੈ। ਤੋ ਜਦੋਂ ਪਰਮਾਤਮਾ ਨੇ ਬੁਲਾਉਣਾ ਹੈ ਤੇ ਫਿਰ ਸੱਦੇ ਉੱਠੀ ਜਾਹੇ, ਫਿਰ ਦੁਨੀਆ ਤੋਂ ਜਾਣਾ ਪਵੇਗਾ ਭਾਈ। ਤੋ ਸਤਿਗੁਰੂ ਪਿਤਾ ਜੀ ਸਮਝਾਉਣ ਲੱਗੇ ਭਾਈ ਕਿ ਤਿਉ ਤੁਮ ਨਾਮ ਜਪੋਗੇ ਜਬ ਹੀ, ਜਨਮ ਮਰਨ ਤੇ ਛੁਟ ਹੋ ਤਬ ਹੀ। ਇਸ ਕਰਕੇ ਤੁਸੀਂ ਪਰਮਾਤਮਾ ਦਾ ਨਾਮ ਜਪਿਆ ਕਰੋ। ਸਵਾਲ ਇਹ ਨਹੀਂ ਕਿ ਚੱਕੀ ਕਿੱਡੀ ਵੱਡੀ ਹੈ ਤੇ ਉਹਦੇ ਪੁੜ ਕਿਹੋ ਜਿਹੇ ਨੇ, ਉਹਦੀ ਸਪੀਡ ਕਿੰਨੀ ਹੈ। ਅਸੀਂ ਨਾ ਬਹੁਤਾ ਇਨਫੋਰਮੇਸ਼ਨ ਵਿੱਚ ਵਿਸ਼ਵਾਸ ਕਰਦੇ ਹਾਂ। ਜਿਹੜੀ ਸਾਡੀ ਕਾਰਗੁਜ਼ਾਰੀ ਹੈ ਉਹ ਇੱਦਾਂ ਹੀ ਹੈ, ਹਰ ਚੀਜ਼ ਦਾ ਭਾਅ ਪੁੱਛੀ ਜਾਂਦੇ ਆ, ਹਰ ਚੀਜ਼ ਦੀ ਜਾਣਕਾਰੀ ਲਈ ਜਾਂਦੇ। ਕਰਨਾ ਕਰਾਉਣਾ ਕੁਝ ਨਹੀਂ ਹੁੰਦਾ। ਦੁਕਾਨਦਾਰ ਬੜੀ ਵਧੀਆ ਗੱਲ ਕਹਿੰਦੇ ਹੁੰਦੇ, ਭਾ ਤੂੰ ਕੱਪੜਾ ਲੈਣਾ ਵੀ ਹੈ ਕਿ ਭਾਈ ਪੁੱਛਣਾ ਹੈ। ਉਹ ਮੇਰੇ ਵਰਗਾ ਚਲਾ ਗਿਆ ਨਾ ਹਲਵਾਈ ਦੀ ਦੁਕਾਨ ਤੇ, ਕਹਿੰਦਾ ਵੀ ਦੁੱਧ ਕੀ ਰੇਟ ਹੈ। ਉਹਨੇ ਕਿਹਾ ਵੀ ਇਹ ਰੇਟ ਹੈ, ਕਹਿੰਦਾ 5 ਕਿਲੋ ਪਾ ਦੇ। ਕਹਿੰਦਾ ਪਾਉਣਾ ਕਿੱਥੇ, ਕਹਿੰਦਾ ਇਸੇ ਕੜਾਈ 'ਚ ਹੀ। ਉਹਨੇ ਸਾਰੀਆਂ ਮਠਿਆਈਆਂ 2-2 ਕਿਲੋ ਰੇਟ ਪੁੱਛ ਕੇ ਪਵਾ ਲਈਆਂ। ਮੁੜ ਕੇ ਕਹਿੰਦਾ ਵੀ ਇਹਦੇ 'ਚ ਖੁਰਪਾ ਵੀ ਮਾਰ ਦੇ। ਜਦੋਂ ਮਿਕਸ ਹੋ ਗਿਆ ਸਾਰਾ ਕੁਝ, ਫਿਰ ਕਹਿੰਦਾ 5 ਰੁਪਈਆਂ ਦੀ ਦੇ ਦੇ। ਸਾਡੀ ਹਾਲਤ ਇਹ ਹੈ, ਅਸੀਂ ਵੀ ਗੁਰਦੁਆਰੇ ਆਉਨੇ ਨਾ ਭਾਈ ਪੁੱਛਦੇ ਆ। ਮਤਲਬ ਬਹੁਤ ਜਾਣਕਾਰੀ ਚਾਹੀਦੀ ਹੈ ਸਾਨੂੰ। ਕਾਲ ਕਿਹਨੂੰ ਕਹਿੰਦੇ ਨੇ ਜੀ, ਮੌਤ ਕਿਹਨੂੰ ਕਹਿੰਦੇ ਨੇ ਜੀ। ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਭਾਈ ਤੁਸੀਂ ਨਾਮ ਜਪੋ। ਸਵਾਲ ਇਹ ਨਹੀਂ ਕਿ ਕਾਲ ਕਿੰਨਾ ਕੁ ਪਾਵਰਫੁੱਲ ਹੈ, ਕਿੱਡਾ ਕੁ ਸ਼ਕਤੀ ਵਾਲਾ ਹੈ। ਤੁਹਾਨੂੰ ਕੁਝ ਨਹੀਂ ਕਵੇਗਾ। ਇਹ ਸੱਚੇ ਬਾਦਸ਼ਾਹ ਦੀ ਬਾਣੀ 'ਚ ਲਿਖਿਆ ਹੈ, ਸੋ ਡਰੇ ਜੇ ਪਾਪ ਕਮਾਵੰਦਾ ਧਰਮੀ ਵਿਕਸਿਤ। ਹੁਣ ਦਿੱਲੀ 'ਚ ਕਿੰਨੀਆਂ ਕੋਰਟ ਕਚਹਿਰੀਆਂ ਨੇ, ਧਰਮੀ ਬੰਦੇ ਨੇ ਕੀ ਲੈਣਾ। ਤੁਸੀਂ ਯਕੀਨ ਕਰਨਾ, ਆਮ ਜਨ ਸਧਾਰਨ ਬੰਦੇ ਨੂੰ ਨਹੀਂ ਪਤਾ ਹੋਏਗਾ ਦਿੱਲੀ 'ਚ ਕੋਰਟ ਕਿੰਨੀਆਂ ਨੇ, ਜੱਜ ਕਿੰਨੇ ਨੇ, ਵਕੀਲ ਕਿੰਨੇ ਨੇ। ਮੈਨੂੰ ਵੀ ਪਿੱਛੇ ਮੇਰਾ ਇੱਕ ਮਿੱਤਰ DGP ਲੱਗ ਗਿਆ ਜੇਲ੍ਹਾਂ ਦਾ, ਸੁਧੀਰ ਯਾਦਵ, ਤੇ ਉਦੋਂ ਪਤਾ ਲੱਗਾ ਵੀ ਦਿੱਲੀ 'ਚ ਜੇਲ੍ਹਾਂ 4 ਨੇ, ਨਹੀਂ ਤੇ ਮੈਂ ਤਾਂ ਤਿਹਾੜ ਜੇਲ੍ਹ ਹੀ ਸਮਝਦਾ ਸੀ। ਹੁਣ ਜਿਹਦਾ ਜੇਲ੍ਹ 'ਚ ਆਉਣਾ ਜਾਣਾ ਹੈ ਉਹਨੂੰ ਤੇ ਜਾਣਕਾਰੀ ਰੱਖਣੀ ਵੀ ਚਾਹੀਦੀ ਹੈ ਤੇ ਉਹਨੂੰ ਹੋਏਗੀ ਵੀ। ਆਮ ਆਦਮੀ ਦਾ ਕੀ ਸੰਬੰਧ ਹੈ। ਹੁਣ ਦੇਖੋ ਨਾ, ਚਲਾਨ ਜੀ ਕਹਿੰਦੇ ਜੀ ਬਹੁਤ ਕੀਮਤ ਵੱਧ ਗਈ ਚਲਾਨ ਦੀ ਜੀ। ਇਹ ਉਹਦੇ ਲਈ ਹੈ ਜਿਹਨੇ ਰੈੱਡ ਲਾਈਟਾਂ ਜੰਪ ਕਰਨੀਆਂ ਨੇ, ਜਿਹਨੇ ਬੈਲਟ ਨਹੀਂ ਲਾਉਣੀ, ਜਿਹਨੇ ਗੱਡੀਆਂ ਓਵਰ ਸਪੀਡ ਭਜਾਉਣੀਆਂ ਨੇ, ਤੇ ਜਿਹਨੇ ਇਹ ਕੁਛ ਕਰਨਾ ਹੀ ਨਹੀਂ ਹੈ, ਉਹਦੇ ਲਈ ਇਹਨਾਂ ਚੀਜ਼ਾਂ ਦੇ ਕੀ ਅਰਥ ਨੇ? ਕੋਈ ਅਰਥ ਨਹੀਂ ਹੈਗੇ। ਜਿਤੜੇ ਨਰਕ ਸੋ ਮਨਮੁਖ ਭੋਗੇ। ਨਰਕ ਨਰਕ ਨਰਕ, ਕਿੰਨੀ ਚਰਚਾ ਨਰਕਾਂ ਦੀ ਹੈ, ਪਰ ਇਹ ਮਨਮੁਖਾਂ ਨੂੰ ਸੁਣਾਓ। ਗੁਰਮੁਖ ਲੇਪ ਨਾ ਮਾਸਾ ਹੈ। ਗੁਰਮੁਖ ਨੇ ਕੀ ਕਰਨਾ ਹੈ? ਗੁਰਮੁਖ ਦਾ ਨਰਕ ਨਾਲ ਲੈਣਾ ਦੇਣਾ ਹੀ ਕੋਈ ਨਹੀਂ ਹੈ। ਲੋਕ ਨਾ, ਮੇਰੇ ਵਰਗਾ ਬੰਦਾ ਇਹ ਘਰ 'ਚ ਰਹੀ ਜਾਂਦਾ, ਉਹਨੂੰ ਆ ਕੇ ਲੋ ਜੀ ਲੋਕ ਜੀ ਬੜੀ ਪ੍ਰਾਪਰਟੀ ਬੜੀ ਸਸਤੀ ਹੋ ਗਈ ਹੈ। ਸਸਤੀ ਉਹਦੇ ਲਈ ਹੈ ਜਿਹਨੇ ਵੇਚਣੀ ਹੈ, ਜਿਹਨੇ ਖਰੀਦਣੀ ਹੈ। ਤੇ ਜਿਹੜਾ ਵਿਚਾਰਾ 50 ਗਜ ਦੇ ਘਰ 'ਚ ਪਿਓ, ਪਹਿਲਾਂ ਪਿਓ ਰਹਿੰਦਾ ਸੀ ਹੁਣ ਆਪ ਰਹਿੰਦਾ, ਉਹਦੇ ਲਈ ਸਸਤੀ ਤੇ ਮਹਿੰਗੀ 'ਚ ਕੀ ਫਰਕ ਪੈਂਦਾ? ਇਹ ਤੇ ਮੂਰਖ ਦਾ ਕੰਮ ਹੈ ਵੀ ਆਪਣੇ ਘਰ ਨੂੰ ਹੀ ਕਦੇ 5 ਕਰੋੜ ਦਾ ਸਮਝੀ ਜਾਓ, ਕਦੇ 2.5 ਕਰੋੜ ਦਾ ਸਮਝੀ ਜਾਓ। ਤੁਸੀਂ ਵੇਚਣਾ ਹੈ ਫਿਰ ਤਾਂ ਠੀਕ ਹੈ, ਤੇ ਜੇ ਵੇਚਣਾ ਹੀ ਨਹੀਂ ਤੇ ਫਿਰ ਤੁਹਾਡੇ ਲਈ
ਮਹਿੰਗੇ ਸਸਤੇ ਦਾ ਕੀ ਫਰਕ ਹੈ? ਬੜੀਆਂ ਸਾਰੀਆਂ ਗੱਲਾਂ ਨੇ ਜਿਹਦੇ ਨਾਲ ਆਮ ਆਦਮੀ ਦਾ ਕੋਈ ਲੈਣਾ ਦੇਣਾ ਹੈ ਨਹੀਂ ਹੈ। ਅਸੀਂ ਬਿਨਾਂ ਕਾਰਨ ਹੀ ਸਾਹ ਚੜਾਈ ਫਿਰਦੇ ਰਹਿੰਦੇ ਹਾਂ, ਬਿਨਾਂ ਰੀਜਨ। ਐਵੇਂ ਬੀਪੀ ਘਟਾਈ ਵਧਾਈ ਜਾਂਦੇ ਆ, ਐਵੇਂ ਡਿਪਰੈਸ਼ਨ ਸਿਰ ਤੇ ਚੜਾਈ ਫਿਰਦੇ ਆ। ਹਰ ਚੀਜ਼ ਨਾਲ ਹਰ ਬੰਦੇ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਸੇ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਰੱਬ ਦਾ ਨਾਮ ਸਿਮਰਿਆ ਕਰੋ। ਤੇ ਸਿਮਰਨਾ ਕਿਉਂ ਹੈ? ਉਹਦਾ ਇੱਕ ਭਰੋਸਾ ਬਹੁਤ ਵੱਡਾ ਹੈ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਬਸ ਅਗਲੇ ਗਿਆਨ ਦੀ ਲੋੜ ਨਹੀਂ ਹੈ। ਪਰ ਅਸੀਂ ਕਹਿੰਦੇ ਨਹੀਂ ਜੀ ਅਗਲਾ ਗਿਆਨ ਸੁਣਾਓ, ਅਗਲਾ ਗਿਆਨ ਸੁਣਾਓ, ਅਗਲਾ ਗਿਆਨ ਸੁਣਾਓ। ਫਿਰ ਪੁੱਛੋ ਫਿਰ ਵਾਹਿਗੁਰੂ ਵਾਹਿਗੁਰੂ ਕਰੇਗਾ ਨਾ? ਕਰਨਾ ਫਿਰ ਵੀ ਨਹੀਂ ਹੈ। ਇਸੇ ਕਰਕੇ ਸਤਿਗੁਰੂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਿ ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਣਪੜਿਆ ਪਰਮਗਤ ਪਾਵੇ। ਸਿਰਫ ਲੋੜ ਇਸ ਗੱਲ ਦੀ ਹੈ ਕਿ ਆਪਾਂ ਉੱਠਦੇ ਬਹਿੰਦੇ ਉਸ ਵਾਹਿਗੁਰੂ ਦੀ ਸਰਬਗਤਾ ਨੂੰ ਮੰਨਦੇ ਹਾਂ, ਉਹਦੀ ਹੋਂਦ ਨੂੰ ਮੰਨਦੇ ਹਾਂ, ਉਹਦੀ ਸ਼ਕਤੀ ਨੂੰ ਮੰਨਦੇ ਹਾਂ। ਰੱਬ ਕੀ ਹੈ? ਰੱਬ ਇੱਕ ਭਰੋਸਾ ਹੈ, ਇੱਕ ਫੇਥ ਹੈ। ਜਦੋਂ ਸੰਸਾਰ ਦੇ ਲੋਕ ਇਕੱਠੇ ਹੁੰਦੇ ਨੇ ਨਾ, ਉੱਥੇ ਇਹ ਨਹੀਂ ਕਿਹਾ ਜਾਂਦਾ ਕਿ ਇਹ ਮੁਸਲਮਾਨ ਹੈ ਜੀ, ਇਹ ਹਿੰਦੂ ਹੈ ਜੀ, ਇਹ ਉਹ ਹੈ ਜੀ। ਉਦੋਂ ਫਿਰ ਕਹਿੰਦੇ ਨੇ ਇਹ ਇੰਟਰਫੇਥ ਹੈ। ਬਸ ਆਪਣਾ ਆਪਣਾ ਵਿਸ਼ਵਾਸ ਹੈ। ਅਸੀਂ ਉੱਥੇ ਵਾਪਸ ਆ ਜਾਈਏ। ਗੁਰੂ ਨਾਨਕ ਦੇ ਪਿਤਾ ਜੀ ਜਿਸ ਦੀਪ ਤੇ ਗਏ ਨੇ, ਉੱਥੋਂ ਦੇ ਲੋਕ ਬੜੇ ਸੁੰਦਰ ਨੇ, ਸੁੱਖਾਂ ਭੋਗਾਂ ਐਸ਼ਵਰਜ ਦੇ ਵਿੱਚ ਗੁਆਚੇ ਹੋਏ ਨੇ। ਸਤਿਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਵੀ ਕਾਲ ਬੜਾ ਬਲੀ ਜੇ, ਇਹ ਚੇਤਾ ਰੱਖਿਓ ਜੇ, ਕੋਈ ਬਚਿਆ ਨਹੀਂ ਇਹਦੇ ਕੋਲੋਂ। ਮੈਂ ਕੱਲ ਵੀ ਪੰਕਤੀਆਂ ਪੜ੍ਹੀਆਂ ਸੀ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਆ ਸਾਰਾ ਕੀ ਹੈ? ਇਹ ਕਾਲ ਦਾ ਹੀ ਤਮਾਸ਼ਾ ਹੈ। ਸਵਾਲ ਕਰੋਨੇ ਦਾ ਨਹੀਂ ਹੈ, ਵਕਤ ਦਾ ਹੈ। ਇਹ ਵਕਤ ਮਾੜਾ ਹੈ। ਹੁਣ ਤੁਸੀਂ ਇਹਦੇ ਵਿੱਚ ਕਰੋਨਾ ਕਹੀ ਜਾਓ, ਕੀ ਫਰਕ ਪੈਂਦਾ? ਇਸ ਸਮੇਂ ਦੇ ਵਿੱਚ ਵੀ ਕਈਆਂ ਦਾ ਵਕਤ ਚੰਗਾ ਹੈ। ਮੇਰੇ ਮਿੱਤਰ ਇੱਕ ਦਿਨ ਆਏ, ਮੈਨੂੰ ਵੀ ਸੇਵਾ ਦਿੱਤੀ, 50,000 ਦੀ ਪਰਚੀ ਵੀ ਕਟਾਈ। ਉਹ ਸਾਈਕਲ ਮਾਰਕੀਟ ਵਿੱਚ ਉਹਨਾਂ ਦਾ ਦਫ਼ਤਰ ਸੀ। ਇਸ ਟ੍ਰੇਡ ਦੇ ਨਾਲ ਉਹਨਾਂ ਦਾ ਕੰਮ ਸੀ। ਕਹਿੰਦਾ ਗਿਆਨੀ ਜੀ ਸਾਰੀਆਂ ਭੁੱਖਾਂ ਮੁੱਕ ਗਈਆਂ, ਕਹਿੰਦਾ ਵਾਰੇ ਨਿਆਰੇ ਹੋ ਗਏ। ਕਹਿੰਦਾ ਮੈਨੂੰ ਨਹੀਂ ਗੱਲ ਸਮਝ ਆਈ। ਫਿਰ ਇੱਕ ਦਿਨ ਬਹੁਤ ਵੱਡਾ ਵਪਾਰੀ ਆ ਗਿਆ। ਮੈਂ ਕਿਹਾ ਜੀ ਦਫ਼ਤਰ ਪਿਛਲੇ ਸਾਲ ਦੀ ਗੱਲ ਹੈ। ਕਹਿੰਦਾ ਜੀ ਖੋਲ੍ਹਤਾ। ਮੈਂ ਕਿਹਾ ਸਟਾਫ ਆਉਂਦਾ ਹੈ? ਕਹਿੰਦਾ ਸਟਾਫ ਨੂੰ ਕਹਿ ਦਿੱਤਾ ਕਿ ਜਿਹਨੇ ਬੱਸ ਤੇ ਆਉਣਾ ਉਹ ਨਹੀਂ ਆਏਗਾ, ਆਪਣੇ ਸਾਈਕਲ ਸਕੂਟਰ ਤੇ ਆ ਜਾਓ ਤੇ ਡਿਊਟੀ ਕਰ ਲਓ। ਜੇ ਬੱਸ ਤੇ ਚੜ੍ਹ ਕੇ ਆਉਣਾ ਹੈ ਤੇ ਫਿਰ ਬੰਦ ਹੈ। ਦੇਖੋ ਨਾ ਕਿਹੋ ਜਿਹੇ ਪ੍ਰੋਡਕਟ ਸੀ ਇਹ। ਮਾਸਕ ਆਪਾਂ ਡਾਕਟਰਾਂ ਨੂੰ ਵੇਖ ਕੇ ਹੱਸਦੇ ਹੁੰਦੇ ਸੀ ਵੀ ਇਹਨਾਂ ਨੂੰ ਪਤਾ ਨਹੀਂ ਕਿਹੜੀ ਸਜ਼ਾ ਮਿਲੀ ਹੋਈ ਹੈ, ਇਹ ਬਲਦਾਂ ਵਾਂਗੂ ਛਿੱਕੂ ਚੜਾਈ ਰੱਖਦੇ ਨੇ। ਸੈਨੀਟਾਈਜ਼ਰ ਬਿਲਕੁਲ ਬੇਰੁਜ਼ਗਾਰ ਪ੍ਰੋਡਕਟ ਸੀਗਾ। ਆ ਵਕਤ ਜਿਸ ਵਕਤ ਦੇ ਵਿੱਚ ਲੋਕ ਮਰ ਗਏ, ਇਹ ਉਹ ਵਕਤ ਹੈ ਜਿਹਦੇ ਵਿੱਚ ਕਈ ਪੁਸ਼ਤਾਂ ਦੀਆਂ ਕਈਆਂ ਨੇ ਰੋਟੀਆਂ ਇਕੱਠੀਆਂ ਕਰ ਲਈਆਂ। ਕਦੇ ਸੁਣਿਆ ਸੀ ਵੀ ਆਕਸੀਜਨ ਵੀ ਇਦਾਂ ਵਿਕੇਗੀ? ਵੱਡੇ ਵੱਡੇ ਲੋਕ ਜਿਨ੍ਹਾਂ ਪਲਾਂਟ ਲਾਏ ਸੀ ਨਾ ਆਕਸੀਜਨ ਦੇ, ਉਹ ਘਾਟੇ ਚੱਲਦੇ ਹੁੰਦੇ ਸੀ। ਇਸ ਕਰਕੇ
ਲੋੜ ਕਿਸ ਗੱਲ ਦੀ? ਲੋੜ ਹੈ ਰੱਬ ਵਾਲੇ ਪਾਸੇ ਮੂੰਹ ਕਰੋ। ਰੱਬ ਨੂੰ ਪਤਾ ਹੈ ਇਹ ਸਮਾਂ ਮਾੜਾ ਕਿਹਦੇ ਲਈ ਹੈ, ਸਮਾਂ ਚੰਗਾ ਕਿਹਦੇ ਲਈ ਹੈ। ਕਈਆਂ ਲਈ ਇਹ ਸਮਾਂ ਚੰਗਾ ਵੀ ਬਹੁਤ ਹੈ, ਕਈਆਂ ਦੇ ਵਾਰੇ ਨਿਆਰੇ ਹੋ ਗਏ ਨੇ, ਕਈਆਂ ਲਈ ਇੰਨਾ ਮਾੜਾ ਸਮਾਂ ਹੈ। ਇੱਥੇ ਇੱਕ ਭੋਗ ਪਿਆ ਬੰਗਲਾ ਸਾਹਿਬ, ਪਾਠ ਰੱਖਣਾ ਸੀ ਤੇ ਮੈਂ ਅਰਦਾਸ ਕੀਤੀ। ਥੋੜਾ ਜਿਹਾ ਨਾਂ ਦਾ ਕਨਫਿਊਜ਼ਨ ਸੀ। ਅਸੀਂ ਬੱਬਾ ਬੋਲਦੇ ਨੇ ਪੰਜਾਬੀ ਵਾਲੇ, ਹਿੰਦੀ ਵਾਲੇ ਭੱਬਾ ਬੋਲਦੇ ਨੇ BH ਨਾਲ। ਅਰਦਾਸ ਕਰਕੇ ਹਟਿਆ, ਕਹਿਣ ਲੱਗੇ ਇੱਕ ਅਰਦਾਸ ਹੋਰ ਵੀ ਕਰਨੀ ਹੈ। ਕਹਿੰਦੇ ਬੱਚੇ ਦੀ ਮਾਂ ਵੀ ਮਰ ਗਈ ਹੈ। ਚਲੋ ਵੀ ਕਰਤੀ, ਦੂਜਾ ਪਾਠ ਰੱਖਤਾ। ਭੋਗ ਵਾਲੇ ਦਿਨ ਮਾਂ ਦੀ ਅਰਦਾਸ ਕਰਨ ਲੱਗਾ, ਕਹਿਣ ਲੱਗੇ ਜੀ ਇੱਕ ਨਾਂ ਹੋਰ ਵੀ ਲਿਖੋ ਵਿੱਚ ਲੜਕੀ ਦਾ। ਤੁਸੀਂ ਯਕੀਨ ਕਰਨਾ, 2 ਪਾਠ ਹੋਏ, 2 ਸਰੋਪੇ ਦਿੱਤੇ, ਅਰਦਾਸਾਂ 3 ਹੋਈਆਂ, ਲੜਕੀ ਦੀ ਵੀ ਹੋਈ। ਤੇ ਮੈਂ ਜਦੋਂ ਘਰ ਦੇ ਮੁਖੀ ਨੂੰ ਸਰੋਪਾ ਦਿੱਤਾ, ਮੈਂ ਖੁਦ ਰੋ ਪਿਆ ਵੀ ਹੁਣ ਘਰ ਲੈ ਕੇ ਕੀ ਜਾਏਗਾ, ਇਕੱਲਾ ਹੀ ਬਚਿਆ। ਘਰ ਵਾਲੀ ਵੀ ਗਈ, 2 ਬੱਚੇ ਸੀ ਉਹ ਵੀ ਗਏ, ਸਾਰਾ ਕੁਝ ਹੀ ਚਲਾ ਗਿਆ। ਵਿਹੜਿਆਂ ਦੇ ਵਿਹੜੇ ਖਾਲੀ ਹੋ ਗਏ, ਹਜ਼ਾਰਾਂ ਬੱਚੇ ਅਨਾਥ ਨੇ। ਬੱਚੇ ਹੈਗੇ ਨੇ, ਮਾਂ ਪਿਓ ਹੈ ਨਹੀਂ ਧਰਤੀ ਤੇ। ਤੋ ਇਸ ਕਰਕੇ ਪਰਮਾਤਮਾ ਨੂੰ ਹੀ ਸਿਮਰਨਾ ਬਣਦਾ ਹੈ। ਤੇ ਸਿਮਰਨਾ ਇਸ ਕਰਕੇ ਹੈ ਵੀ ਕਰਨਾ ਕਰਾਉਣਾ ਤੇ ਰੱਬ ਨੇ ਹੈ। ਹੁਣ ਆਪਾਂ ਕਹੀਏ ਜੀ ਸਮਾਂ ਮਾੜਾ ਹੈ, ਇਹ ਵੀ ਵਾਹਿਗੁਰੂ ਦਾ ਹੈ। ਜਦੋਂ ਚੰਗਾ ਹੋਏਗਾ ਉਹ ਵੀ ਵਾਹਿਗੁਰੂ ਦਾ ਹੈ। ਔਰ ਸਮਾਂ ਹੀ ਸਮਰੱਥ ਹੈ। ਜਿਹੜੀ ਗੱਲ ਮੈਨੂੰ ਇੰਨੀ ਉਮਰ 'ਚ ਸਮਝ ਆਈ ਹੈ, ਬੰਦਾ ਆਪਣੇ ਆਪ ਵਿੱਚ ਕੁਝ ਵੀ ਨਹੀਂ ਹੈ। ਉਹੀ ਬੰਦਾ ਹੁੰਦਾ ਹੈ ਖੱਟਰ ਕਮਾਉਣ ਲੱਗ ਜਾਂਦਾ ਹੈ, ਸਮਾਂ ਠੀਕ ਹੁੰਦਾ ਹੈ। ਉਹੀ ਬੰਦਾ ਹੁੰਦਾ ਹੈ ਓਨਾ ਹੀ ਪੜ੍ਹਿਆ ਲਿਖਿਆ ਹੁੰਦਾ, ਓਨੀ ਉਮਰ ਹੁੰਦੀ ਹੈ, ਸਮਾਂ ਮਾੜਾ ਆਉਂਦਾ ਤੇ ਘਾਟੇ ਖਾਣੇ ਸ਼ੁਰੂ ਕਰ ਦਿੰਦਾ। ਵਕਤ ਹੀ ਚੰਗਾ ਤੇ ਮਾੜਾ ਹੁੰਦਾ ਹੈ, ਬੰਦਾ ਚੰਗਾ ਤੇ ਮਾੜਾ ਕਦੇ ਵੀ ਨਹੀਂ ਹੁੰਦਾ। ਬੰਦੇ ਦਾ ਸਮਾਂ ਹੀ ਚੰਗਾ ਤੇ ਮਾੜਾ ਹੁੰਦਾ ਹੈ। ਤੋ ਉਸ ਪਰਮੇਸ਼ਰ ਪਰਮਾਤਮਾ ਨੂੰ ਹੀ ਸਿਮਰੋ, ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ। ਹਾਂਜੀ, ਪੂਜੈ ਬਿਖੇ ਬਿਲਾਸ ਨਿਰਾਸੇ, ਜਪੋ ਨਾਮ ਸਤਿਗੁਰ ਪਰਵਾਸੇ। ਨਾਮ ਜਪਣਾ ਹੈ, ਗੁਰੂ ਤੇ ਭਰੋਸਾ ਰੱਖਣਾ ਹੈ। ਤੇ ਜਪੋਗੇ ਕਿਵੇਂ? ਹੁਣ ਹਰ ਬੰਦਾ ਪੁੱਛਦਾ ਜੀ ਨਾਮ ਕਿਵੇਂ ਜਪਣਾ ਹੈ। ਕੋਈ ਕਹਿੰਦਾ ਜੀ ਇਸ ਨੱਕ ਤੇ ਹੱਥ ਰੱਖ ਲਓ ਜੀ, ਕੋਈ ਕਹਿੰਦਾ ਜੀ ਇਸ ਪਾਸੇ ਹੱਥ ਰੱਖ ਲਓ ਜੀ, ਕੋਈ ਕਹਿੰਦਾ ਜੀ ਇੱਥੇ ਧਿਆਨ ਰੱਖ ਲਓ ਜੀ, ਕੋਈ ਕਹਿੰਦਾ ਜੀ ਵਜਰ ਆਸਨ ਲਾ ਲਓ ਜੀ, ਕੋਈ ਕਹਿੰਦਾ ਜੀ ਪਦਮ ਆਸਨ ਹੋ ਜਾਓ ਜੀ। ਨਾ, ਸਭ ਤੋਂ ਪਹਿਲੀ ਗੱਲ ਜਿਹੜੀ ਉਹ ਇਹ ਹੈ ਕਿ ਹੂਜੈ ਬਿਖੇ ਬਿਲਾਸ ਨਿਰਾਸੇ। ਕੀ ਦੁਨੀਆ ਦੇ ਰੰਗ ਤਮਾਸ਼ਿਆਂ ਤੋਂ ਨਿਰਾਸ਼ ਹੋ ਸਕਦੇ ਹੋ? ਮੈਂ ਫਿਰ ਬੇਨਤੀ ਕਰਾਂ, ਧਿਆਨ ਇੱਕੋ ਹੀ ਹੈ। ਬੰਦੇ ਦੇ ਕੋਲ ਸਿਰਫ ਇੱਕ ਧਿਆਨ ਹੈ। ਧਿਆਨ ਤੁਹਾਡੇ ਕੋਲੇ 5-7 ਨਹੀਂ। ਇੱਧਰ ਲਾਓਗੇ ਇੱਧਰੋਂ ਮਿਸ ਹੋ ਜਾਏਗਾ, ਇੱਧਰ ਲਾ ਲੋਗੇ ਉਧਰੋਂ ਮਿਸ ਹੋ ਜਾਏਗਾ। ਧਿਆਨ ਇੱਕ ਹੀ ਹੈ। ਪਰਮਾਤਮਾ ਨੇ ਸੁਰਤੀ ਇੱਕ ਹੀ ਦਿੱਤੀ ਹੈ ਸਾਨੂੰ, ਮੱਤ ਇੱਕੋ ਹੀ ਹੈ ਸਾਡੇ ਕੋਲ, ਬੁੱਧ ਇੱਕੋ ਹੀ ਹੈ। ਜਿੰਨਾ ਚਿਰ ਅਸੀਂ ਰੰਗ ਤਮਾਸ਼ਿਆਂ ਵਾਲੇ ਪਾਸਿਓਂ ਨਹੀਂ ਹਟਾਂਗੇ। ਹੁਣ ਆਪਾਂ ਹਰ ਇੱਕ ਬੰਦਾ ਚਾਹੁੰਦਾ ਜੀ ਮੈਂ ਨਾਮ ਜਪਾਂ। ਜੇ ਨਾਮ ਜਪਣਾ ਹੈ ਤੇ ਤੁਹਾਨੂੰ ਬਹੁਤ ਕੁਝ ਛੱਡਣਾ ਪਵੇਗਾ। ਮਾੜੀ ਸੁਸਾਇਟੀ, ਮਾੜੇ ਕੰਮ, ਮਾੜੀਆਂ ਗੱਲਾਂ, ਮਾੜੀਆਂ ਕਿਤਾਬਾਂ, ਇਹ ਸਾਰਾ ਕੁਝ ਛੱਡਣਾ ਪਏਗਾ ਤੁਹਾਨੂੰ। ਜਦੋਂ ਅਸੀਂ ਕਹਿੰਦੇ ਹਾਂ ਕਿ ਇਨਸਾਨ ਬਦਲ ਗਿਆ, ਭਾਵੇਂ ਉਹ ਅਮੀਰ ਹੋ ਕੇ ਬਦਲੇ, ਭਾਵੇਂ ਉਹ ਅਫਸਰ ਹੋ ਕੇ ਬਦਲੇ, ਭਾਵੇਂ ਉਹ ਅੰਮ੍ਰਿਤ ਛਕ ਕੇ ਬਦਲੇ, ਤੁਹਾਨੂੰ ਕਿੱਦਾਂ ਪਤਾ ਲੱਗੇ ਬੰਦਾ ਬਦਲ ਗਿਆ? ਤੁਹਾਨੂੰ ਇੱਦਾਂ ਪਤਾ ਲੱਗਾ ਵੀ ਇਹ ਅੱਗੇ ਵਾਂਗੂ ਕਰਦਾ ਹੀ ਨਹੀਂ। ਹਾਲਾਂਕਿ ਉਹਦਾ ਮੂੰਹ ਉਹੀ ਹੈ, ਹੱਥ ਪੈਰ ਉਹੀ ਨੇ, ਕੱਦ ਕਾਠ ਹੋਣਾ ਹੀ ਹੈ,
ਹੁਣ ਉਹ ਅੱਗੇ ਵਾਂਗੂ ਨਹੀਂ ਕਰਦਾ। ਜੇ ਉਹ ਪਹਿਲਾਂ ਵਾਂਗੂ ਕਰੇ ਤੇ ਫਿਰ ਆਪਾਂ ਕਿਵੇਂ ਕਹੀਏ ਵੀ ਇਹ ਬਦਲ ਗਿਆ? ਫਿਰ ਉਹ ਨਹੀਂ ਬਦਲਿਆ। ਇਸ ਕਰਕੇ ਕਦੇ ਅੱਖਾਂ ਨਹੀਂ ਬਦਲਦੀਆਂ, ਨਜ਼ਰ ਬਦਲਦੀ ਹੈ। ਹੱਥ ਕਦੇ ਨਹੀਂ ਬਦਲਦੇ, ਕੰਮ ਬਦਲਦੇ ਨੇ। ਪੈਰ ਕਦੇ ਨਹੀਂ ਬਦਲਦੇ, ਰਸਤੇ ਬਦਲਦੇ ਨੇ। ਦਿਮਾਗ ਥੋੜਾ ਬਦਲਦਾ, ਕਦੇ ਸਰਜਰੀ ਹੁੰਦੀ ਹੈ ਬ੍ਰੇਨ ਦੀ ਨਾ, ਸੋਚ ਬਦਲ ਜਾਂਦੀ ਹੈ। ਉਹੀ ਬੰਦਾ ਜਿਹੜਾ ਘਰ ਨੂੰ ਖਿੱਚਦਾ ਹੈ ਉਹ ਮੁੜ ਕੇ ਲੋਕਾਂ ਨੂੰ ਵੰਡਣ ਲੱਗ ਪੈਂਦਾ ਹੈ, ਆਪੇ ਬੰਦਾ ਬਦਲ ਗਿਆ। ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਦੋਂ ਬਲਾਸਾਂ ਤੋਂ ਨਿਰਾਸ਼ ਹੋਵੋਗੇ ਤਦੋਂ ਰੱਬ ਦੀ ਭਗਤੀ ਸ਼ੁਰੂ ਹੋਏਗੀ। ਹਰ ਬੰਦਾ ਕਹੀ ਜਾਂਦਾ ਜੀ ਮਨ ਨਹੀਂ ਲੱਗਦਾ, ਵੀ ਮਨ ਕਿੰਨੇ ਮਨ ਨੇ ਤੇਰੇ ਕੋਲੇ ਬਈ? ਇਹ ਗੱਲ ਅਗਰ ਤੁਸੀਂ ਸ਼੍ਰੀ ਕ੍ਰਿਸ਼ਨਾ ਸੀਰੀਅਲ ਵੇਖਿਆ ਹੋਵੇ ਨਾ, ਵੇਖੋ ਹਿੰਦੂ ਧਰਮ ਦੀ ਰਾਮਾਨੰਦ ਸਾਗਰ ਨੇ ਸੇਵਾ ਬੜੀ ਕੀਤੀ ਹੈ, ਕਮਾਲ ਕਰਤੀ ਉਹਨੇ। ਮਤਲਬ ਉਹਨੇ ਇੰਨਾ ਜ਼ਿਆਦਾ ਕਵਰ ਅਪ ਕੀਤਾ ਹੈ। ਮੈਂ ਉਸ ਪੱਖ ਨੂੰ ਅੱਜ ਟੱਚ ਨਹੀਂ ਕਰਾਂਗਾ। ਕੁਝ ਗੱਲਾਂ ਔਰ ਇਸ ਕਦਰ ਉਹਨੇ ਇੰਟਰਸਟਡ ਇਹ ਸੀਰੀਅਲ ਬਣਾਏ। ਬੱਸਾਂ ਰੁਕਦੀਆਂ ਸੀ, ਟ੍ਰੇਨਾਂ ਰੁਕਦੀਆਂ ਸੀ, ਲੋਕਾਂ ਦੇ ਕੰਮ ਰੁਕ ਜਾਂਦੇ ਸੀ, ਲੋਕ ਸਵੇਰੇ ਕਮਰਾ ਧੋਂਦੇ ਹੁੰਦੇ ਸੀ, ਟੀਵੀ ਦੇ ਅੱਗੇ ਅਗਰਬੱਤੀ ਧੂਪ ਬੱਤੀ ਕਰਦੇ ਸੀ ਵੀ ਅੱਜ ਧਾਰਮਿਕ ਸੀਰੀਅਲ ਆਉਣਾ ਹੈ, ਰਮਾਇਣ ਆਉਣੀ ਹੈ, ਮਹਾਭਾਰਤ ਆਉਣੀ ਹੈ, ਸ਼੍ਰੀ ਕ੍ਰਿਸ਼ਨਾ ਆਉਣਾ ਹੈ। ਉਹਦੇ ਵਿੱਚ ਇੱਕ ਘਟਨਾ ਆਉਂਦੀ ਹੈ ਕਿ ਸ਼੍ਰੀ ਕ੍ਰਿਸ਼ਨ ਜੀ ਦਾ ਇੱਕ ਸੇਵਕ ਹੈ ਉਦੋ, ਉਹਨੂੰ ਸ਼੍ਰੀ ਕ੍ਰਿਸ਼ਨ ਜੀ ਨੇ ਇੱਕ ਵਾਰੀ ਭੇਜਿਆ, ਕਹਿਣ ਲੱਗੇ ਭਾਈ ਤੂੰ ਜਾ, ਤੇ ਗੋਪੀਆਂ ਜਿਹੜੀਆਂ ਨੇ ਉਹ ਬੜੀਆਂ ਬਹਿਬਲ ਹੁੰਦੀਆਂ ਨੇ, ਤੇ ਤੂੰ ਉਹਨਾਂ ਨੂੰ ਜਾ ਕੇ ਧਰਵਾਸ ਦੇ ਕੇ ਆ। ਹੋ ਗਿਆ। ਉਹ ਵਿਖਾਉਂਦੇ ਨੇ ਜਮਨਾ ਤੇ ਜਦੋਂ ਜਾਂਦਾ ਹੈ ਨਾ ਉੱਡਦਾ ਹੀ ਜਾਂਦਾ ਹੈ, ਹੱਥ 'ਚ ਡੰਡਾ ਹੈ ਉਹਦੇ, ਪਰ ਜਦੋਂ ਵਾਪਸ ਆਉਂਦਾ ਫਿਰ ਕਮਲਾ ਰਮਲਾ ਹੋਇਆ ਹੀ ਆਉਂਦਾ ਹੈ। ਉਹ ਗੋਪੀਆਂ ਨੂੰ ਪੈ ਗਈਆਂ, ਕਹਿੰਦੀਆਂ ਉਦੋਂ ਮਨ ਨਹੀਂ 10-20। ਉਹ ਕਹਿੰਦੀਆਂ ਸਾਡੇ ਕੋਲੇ ਕੋਈ 10-20 ਮਨ ਥੋੜਾ ਨੇ ਵੀ ਇੱਕ ਇੱਥੇ ਲਾ ਲਈਏ, ਕ੍ਰਿਸ਼ਨ ਜੀ ਨਾਲ ਲਾ ਲਈਏ। ਕਹਿੰਦੀ ਇੱਕੋ ਮਨ ਸੀ, ਉਹ ਕ੍ਰਿਸ਼ਨ ਜੀ ਲੈ ਗਏ ਨੇ, ਹੁਣ ਨਹੀਂ ਅਸੀਂ ਰਹਿ ਸਕਦੀਆਂ ਉਹਦੇ ਬਿਨਾਂ। ਤੇ ਜਦੋਂ ਵਾਪਸ ਉਦੋਂ ਆਇਆ ਤੇ ਉਦੋਂ ਜਿਹੜਾ ਸੀ ਉਹ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ। ਉਹਨੂੰ ਉੱਥੋਂ ਜਾ ਕੇ ਪਤਾ ਲੱਗਿਆ ਵੀ ਇਹ ਮਨ ਹੁੰਦਾ ਕੀ ਹੈ। ਸਾਨੂੰ ਇਸ ਕਰਕੇ ਨਹੀਂ ਪਤਾ ਵੀ ਅਸੀਂ ਤੁਰਦੇ ਮਨ ਦੇ ਅਨੁਸਾਰ। ਮਨ ਕੀਤਾ ਚਾਹ ਪੀ ਲਈ, ਮਨ ਕੀਤਾ ਸ਼ਰਾਬ ਪੀ ਲਈ, ਮਨ ਕੀਤਾ ਸੌਂ ਲਿਆ, ਮਨ ਕੀਤਾ ਉੱਠ ਲਿਆ, ਮਨ ਕੀਤਾ ਰੋਟੀ ਖਾ ਲਈ, ਮਨ ਕੀਤਾ ਕਿਸੇ ਨੂੰ ਉਲਟਾ ਪੁਲਟਾ ਬੋਲਤਾ, ਮਨ ਕੀਤਾ ਕਿਸੇ ਦੀ ਗੱਲ ਮੰਨ ਲਈ, ਮਨ ਕੀਤਾ ਤੇ ਨਾ ਮੰਨੀ। ਜਦੋਂ ਤੁਸੀਂ ਮਨ ਦੇ ਹੁਕਮੀ ਬੰਦੇ ਬਣ ਕੇ ਤੁਰਦੇ ਫਿਰਦੇ ਹੋ, ਤੁਹਾਨੂੰ ਕੀ ਪਤਾ ਮਨ ਕੀ ਹੈ? ਜਦੋਂ ਮਨ ਦੇ ਉਲਟ ਕਰੋਗੇ ਪਤਾ ਤਾਂ ਉਦੋਂ ਲੱਗਣਾ ਹੈ। ਮਨ ਕਹਿੰਦਾ ਵੀ ਸੌਂ ਜਾ, ਤੁਸੀਂ ਕਹਿੰਦੇ ਨਹੀਂ ਉੱਠ ਇਸ਼ਨਾਨ ਕਰ, ਬਸ ਉੱਥੇ ਲੜਾਈ ਹੋ ਜਾਣੀ ਹੈ। ਮਨ ਨੇ ਕਹਿਣਾ ਵੀ ਬਾਹਰ ਮੀਂਹ ਪੈਂਦਾ, ਠੰਡ ਇੰਨੀ ਹੈ, ਇੱਕ ਝੁੱਟੀ ਹੋਰ ਲਾ ਲਾ ਰਜਾਈ ਘੁੱਟ। ਤੁਸੀਂ ਕਹਿਣਾ ਨਹੀਂ ਨਹੀਂ ਗੁਰਦੁਆਰੇ ਚੱਲੀਏ, ਉੱਥੇ ਆਸਾ ਦੀ ਵਾਰ ਸ਼ੁਰੂ ਹੋ ਗਈ ਹੋਏਗੀ। ਫਿਰ ਤੁਹਾਨੂੰ ਪਤਾ ਲੱਗਣਾ ਵੀ ਮਨ ਕੀ ਹੈ ਤੇ ਤੁਸੀਂ ਕੀ ਹੋ। ਥੋੜਾ ਜਿਹਾ ਉਹਦੇ ਵਿਪਰੀਤ ਤੁਰ ਕੇ ਤਾਂ ਵੇਖੋ ਨਾ ਤੁਸੀਂ। ਇੱਦਾਂ ਹੀ ਹੈ ਜਿਵੇਂ ਸਰਕਾਰਾਂ ਨੇ, ਤੁਸੀਂ ਸਰਕਾਰ ਦੇ ਮੁਤਾਬਕ ਤੁਰੇ ਚੱਲੋ ਤੁਰੇ ਚੱਲੋ, ਜਿੱਥੇ ਥੋੜਾ ਜਿਹਾ ਕਾਨੂੰਨ ਦੇ ਵਿੱਚ ਅੜਨ ਦੀ ਕੋਸ਼ਿਸ਼ ਕਰੋਗੇ ਉਹਦੇ ਹੀ ਚੁੱਕ ਕੇ ਪਰਚਾ ਕੱਟ ਦੇਣਗੇ, ਅਗਲੇ ਚੁੱਕ ਕੇ ਅੰਦਰ ਸੁੱਟ ਦੇਣਗੇ ਤੁਹਾਨੂੰ। ਇਹਨਾਂ ਦੀ ਮਰਜ਼ੀ ਨਾਲ ਟੈਕਸ ਦੇਈ ਜਾਓ, ਇਹਨਾਂ ਦੀ ਮਰਜ਼ੀ ਨਾਲ ਦੁਕਾਨਾਂ ਬੰਦ ਕਰੀ ਜਾਓ, ਖੋਲੀ ਜਾਓ, ਤੁਸੀਂ ਤੁਰੇ ਜਾਓ, ਕੁਛ ਵੀ ਨਹੀਂ ਹੁੰਦਾ। ਥੋੜਾ ਜਿਹਾ ਅੜਨ ਦੀ ਕੋਸ਼ਿਸ਼ ਕਰੋਗੇ ਉੱਥੇ ਹੀ ਹੰਗਾਮਾ ਹੋ ਜਾਏਗਾ। ਜਿੰਨਾ ਚਿਰ ਤੁਸੀਂ ਆਪਣੇ ਮਨ ਨੂੰ ਨਿਰਾਸ਼ ਨਹੀਂ ਕਰਦੇ ਉਹਨਾਂ ਚਿਰ ਰੱਬ ਦੀ ਭਗਤੀ ਹੋ ਨਹੀਂ ਸਕਦੀ। ਦੁਨੀਆ ਵਾਲੇ ਪਾਸੋਂ ਉਪਰਾਮਤਾ ਲੈ ਕੇ ਆਉਣੀ ਹੈ, ਦੁਨੀਆ ਵਾਲੇ ਪਾਸੋਂ ਨਿਰਾਸ਼ਤਾ ਲੈ ਕੇ ਆਉਣੀ। ਉਦਾਸੀ ਦਾ ਕੀ ਮਤਲਬ ਹੈ?
ਉਦਾਸੀ ਦਾ ਮਤਲਬ ਇਹ ਸੀ ਵੀ ਦੁਨੀਆ ਵੱਲੋਂ ਉਦਾਸ ਹੋਣਾ ਹੈ ਤੁਸੀਂ, ਦੁਨੀਆ ਦੇ ਰੰਗ ਤਮਾਸ਼ੇ ਘਟਾ ਦਿਓਗੇ, ਪ੍ਰਮਾਤਮਾ ਦੀ ਭਗਤੀ ਵੱਧ ਜਾਏਗੀ। ਹਾਂਜੀ। ਇਸ ਪ੍ਰਕਾਰ ਤਿਨ ਦੇ ਉਪਦੇਸ਼ਾ, ਕੀਤਕ ਦਿਵਸ ਬਸੇ ਜਗਤੇਸ਼ਾ। ਸਤਿਗੁਰੂ ਜੀ ਨੇ ਇਹ ਉਪਦੇਸ਼ ਉਹਨਾਂ ਨੂੰ ਦਿੱਤਾ। ਵੇਖੋ ਬੜਾ ਸੌਖਾ ਜਿਹਾ, ਧਰਮ ਇੰਨਾ ਗੁੰਝਲਦਾਰ ਹੈ ਨਹੀਂ ਜਿੰਨਾ ਬਣਾ ਦਿੱਤਾ ਵੀ ਆ ਜੀ ਐਸ ਉਂਗਲ ਚ ਪਾਓ ਜੀ, ਆ ਜੀ ਐਸ ਬਾਂਹ ਤੇ ਬੰਨੋ ਜੀ। ਇਹ ਕੀ ਹੈ? ਇਹ ਸਾਰੀ ਤਾਂਤਰਿਕ ਵਿਦਿਆ ਹੈ, ਕਿਸੇ ਨੂੰ ਵੀ ਨਹੀਂ ਸਮਝ ਆ ਰਹੀ। ਜਿਹੜੀਆਂ ਚੀਜ਼ਾਂ ਤੁਸੀਂ ਗਲ ਵਿੱਚ ਪਾਉਂਦੇ ਹੋ, ਮੋਢਿਆਂ ਨਾਲ ਬੰਨ੍ਹਦੇ ਹੋ, ਪੈਰਾਂ ਨਾਲ ਪਾਉਂਦੇ ਹੋ, ਇੱਥੇ ਗੁੱਟ ਤੇ ਪਾਉਂਦੇ ਹੋ, ਉਂਗਲਾਂ 'ਚ ਪਾਉਂਦੇ ਹੋ, ਇਹ ਤਾਂਤਰਿਕ ਕੰਮ ਹੈ। ਧਰਮ ਦਾ ਇਹਨਾਂ ਚੀਜ਼ਾਂ ਨਾਲ ਕੀ ਲੈਣਾ ਦੇਣਾ? ਧਰਮ ਤੇ ਸਿੱਧਾ ਹੈ, ਸੱਚ ਬੋਲੋ, ਦਸਾਂ ਨੌਆਂ ਦੀ ਕਿਰਤ ਕਰੋ, ਹਮੇਸ਼ਾ ਰੱਬ ਤੇ ਭਰੋਸਾ ਰੱਖੋ, ਝੂਠ ਬਿਲਕੁਲ ਨਹੀਂ ਬੋਲਣਾ, ਬੇਈਮਾਨੀ ਬਿਲਕੁਲ ਨਹੀਂ ਕਰਨੀ, ਮਾੜਾ ਕਿਸੇ ਦਾ ਨਹੀਂ ਸੋਚਣਾ, ਸਰਬੱਤ ਦਾ ਭਲਾ ਮੰਗਣਾ ਹੈ, ਹੱਕ ਕਿਸੇ ਦਾ ਨਹੀਂ ਮਾਰਨਾ। ਇਹ ਧਰਮ ਹੈ। ਇਹ ਧਰਮ ਥੋੜਾ ਵੀ ਮਾਲਾ ਇੰਨੀ ਪਾਉਣੀ ਹੈ ਜੀ, ਉਹ ਜਿਹੜੀ ਮੌਲੀ ਬੰਨਣੀ ਉਹ ਇੰਨੇ ਰੰਗਾਂ ਦਾ ਧਾਗਾ ਬੰਨਣਾ ਹੈ ਜੀ। ਇਹ ਤਾਂਤਰਿਕ ਵਿਦਿਆ ਹੈ। ਉਸ ਚੌਂਕ 'ਚ ਨਹਾਉਣਾ ਹੈ ਜੀ, ਉੱਥੇ ਹਲਦੀ ਰੱਖਣੀ ਹੈ ਜੀ, ਉੱਥੇ ਨਾਰੀਅਲ ਰੱਖਣਾ ਹੈ ਜੀ। ਇਹ ਤਾਂਤਰਿਕ ਬਾਬਿਆਂ ਦੇ ਕੰਮ ਨੇ। ਧਰਮ ਦਾ ਇਹਨਾਂ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ। ਧਰਮ ਤੇ ਸਿਰਫ ਇੰਨਾ ਹੈ ਕਿ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਤੁਸੀਂ ਪਰਮਾਤਮਾ ਨੂੰ ਯਾਦ ਕਰਨਾ ਕਿਵੇਂ ਕਰ ਸਕਦੇ ਹੋ? ਜਿਵੇਂ ਕਰ ਸਕਦੇ ਹੋ ਕਰ ਲਓ। ਮੈਂ ਕਾਪ ਜੀ ਨੂੰ ਬੇਨਤੀ ਕਰਾਂ, ਛੋਟਾ ਜਿਹਾ ਬੱਚਾ ਹੈ, ਜਦੋਂ ਤੱਕ ਬੱਚੇ ਨੂੰ ਮੂੰਹ ਬਣਾ ਕੇ ਮਾਂ ਕਹਿਣਾ ਨਹੀਂ ਆਇਆ, ਮਾਂ ਨੇ ਉਸ ਬੱਚੇ ਦੀ ਹਰ ਭਾਸ਼ਾ ਨੂੰ ਸਮਝਿਆ। ਤੇ ਜਦੋਂ ਬੱਚੇ ਨੇ ਮੂੰਹ ਬਣਾ ਕੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਉਦੋਂ ਹੀ ਮਾਂ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ ਵੀ ਇਹ ਕਹਿੰਦਾ ਕੀ ਹੈ ਤੇ ਜਾਂਦਾ ਕਿੱਧਰ ਨੂੰ ਹੈ। ਇਸ ਤੋਂ ਵਧੀਆ ਹੋਰ ਉਦਾਹਰਨ ਤਾਂ ਕੋਈ ਨਹੀਂ ਹੈਗੀ ਨਾ। ਬੱਚੇ ਨੂੰ ਮੂੰਹ ਬਣਾ ਕੇ ਮਾਂ ਕਹਿਣਾ ਹੀ ਨਹੀਂ ਸੀ ਆਉਂਦਾ, ਤੇ ਮਾਂ ਨੂੰ ਬੱਚੇ ਦੀ ਹਰ ਗੱਲ ਪਤਾ ਸੀ ਵੀ ਇਹਨੇ ਪਿਸ਼ਾਬ ਕਦੋਂ ਕਰਨਾ ਹੈ, ਇਹਨੇ ਲੈਟਰਿਨ ਕਦੋਂ ਕਰਨੀ ਹੈ, ਇਹਨੇ ਦੁੱਧ ਕਦੋਂ ਪੀਣਾ ਹੈ, ਇਹਨੇ ਸੌਣਾ ਕਦੋਂ ਹੈ। ਮਾਂ ਨੂੰ ਸਭ ਪਤਾ ਸੀ। ਤੇ ਜਦੋਂ ਬੱਚੇ ਨੇ ਮੂੰਹ ਸਵਾਰਨਾ ਸ਼ੁਰੂ ਕਰ ਦਿੱਤਾ, ਮਾਂ ਰੋਟੀਆਂ ਪਕਾਉਂਦੀ ਹੈ, ਮਗਰੋਂ ਨਿਆਣਾ ਆਇਆ, ਗਲ ਨੂੰ ਚੰਬੜ ਗਿਆ, ਮੰਮੀ ਮੰਮੀ। ਹੁਣ ਮੰਮੀ ਨੂੰ ਪੜ੍ਹਨਾ ਪਿਆ ਵੀ ਇਹ ਕੀ ਕਰਦਾ ਕੀ ਤੇ ਜਾਊਗਾ ਕਿੱਧਰ ਨੂੰ। ਹੁਣ ਉਹਨੂੰ ਪੁੱਛਣਾ ਪੈਣਾ ਵੀ ਇਹ ਪੈਸੇ ਕਾਹਦੇ ਲਈ ਕੀ ਕਰਨੇ, ਤੂੰ ਵੀ ਕਾਹਦੀਆਂ ਜੱਫੀਆਂ ਪਾਈ ਜਾਂਦਾ। ਕਦੇ ਸਾਲ ਡੇਢ ਸਾਲ ਦੇ ਬੱਚੇ ਨੂੰ ਲੱਤਾਂ ਨਾਲ ਚੰਬੜੇ ਨੂੰ ਮਾਂ ਨੇ ਪੁੱਛਿਆ? ਉਹ ਆ ਕੇ ਲੱਤਾਂ ਨਾਲ ਚੰਬੜਿਆ ਨਹੀਂ, ਮਾਂ ਨੂੰ ਉਦੋਂ ਹੀ ਸਮਝ ਆ ਗਈ ਵੀ ਇਹਨੇ ਕੀ ਖਾਣਾ ਹੈ ਤੇ ਕੀ ਪੀਣਾ ਹੈ। ਜਿਵੇਂ ਜਿਵੇਂ ਅਸੀਂ ਆਪ ਉਲਝਦੇ ਆ, ਰੱਬ ਬੜਾ ਸਿੱਧਾ ਹੈ, ਬਿਲਕੁਲ ਸਿੰਪਲ ਹੈ। ਸਤਿਗੁਰੂ ਦੀ ਬਾਣੀ 'ਚ ਲਿਖਿਆ, ਭੋਲੇ ਭਾਏ ਮਿਲੇ ਰਘੁਰਾਇਆ। ਰੱਬ ਜਦੋਂ ਮਿਲੇਗਾ ਭੋਲੇ ਭਾ ਮਿਲੇਗਾ ਤੁਹਾਨੂੰ। ਚਤੁਰਾਈ ਨਾ ਚਤਰ ਭੁਜ ਪਾਈਐ, ਰੇ ਜਨ ਮਨ ਮਾਧੋ ਸਿਓ ਲਾਈਐ। ਇਹ ਮਨ ਚੰਚਲਾ, ਚਤੁਰਾਈ ਕਿਨੇ ਨਾ ਪਾਇਆ। ਚਤੁਰਾਈਆਂ ਨਾਲ ਰੱਬ ਥੋੜਾ ਮਿਲਦਾ ਹੈ। ਗੋਬਿੰਦ ਭਾਓ ਭਗਤ ਦਾ ਭੁੱਖਾ, ਉਹ ਸਿਰਫ ਤੁਹਾਡੇ ਕੋਲੋਂ ਦੋ ਚੀਜ਼ਾਂ ਚਾਹੁੰਦਾ ਹੈ। ਉਹਨੇ ਕਦੋਂ ਕਿਹਾ ਵੀ ਏਡਾ ਵੱਡਾ ਰਮਾਲਾ ਲਿਆਓ, ਐਡਾ ਵੱਡਾ ਸਿਹਰਾ ਲਿਆਓ, 40 ਕਿਲੋ ਦੁੱਧ ਲਿਆਓ, 5 ਕਿਲੋ ਖੰਡ ਦੀ ਥੈਲੀ ਲਿਆਓ, 2 ਕਿਲੋ ਘਿਓ ਲਿਆਓ। ਕਦੇ ਰੱਬ ਨੇ ਕਿਹਾ ਤੁਹਾਨੂੰ ਲਿਆਓ? ਇਹ ਤੇ ਮੇਰੇ ਵਰਗਾ ਗ੍ਰੰਥੀ ਕਹਿੰਦਾ ਹੈ ਕਿ ਭਾਈ ਲੰਗਰ 'ਚ ਲੋੜ ਹੈ, ਲਿਆਓ ਬਈ, ਸੰਗਤਾਂ ਛਕ ਲੈਣਗੀਆਂ। ਰੱਬ ਨੂੰ ਸਿਰਫ ਦੋ ਚੀਜ਼ਾਂ ਚਾਹੀਦੀਆਂ ਨੇ, ਇੱਕ ਭਾਓ, ਇੱਕ ਭਗਤੀ। ਤੁਸੀਂ ਆਪਣੇ ਘਰ ਵਿੱਚ ਇਸ ਗੱਲ ਨੂੰ ਅੱਜ ਤੋਂ ਬਾਅਦ ਜਾ ਕੇ ਚਿੰਤਨ ਕਰਿਓ। ਬਾਪ ਕਵੇਗਾ ਕਿ ਪੁੱਤ ਕਮਾ ਕੇ ਲਿਆਵੇ, ਮਾਂ ਕਦੇ ਨਹੀਂ ਕਵੇਗੀ। ਮਾਂ ਤੇ ਕਵੇਗੀ ਵੀ ਤੂੰ ਇੱਥੇ ਮੇਰੇ ਕੋਲ ਬੈਠਾ ਰਹੋ, ਤੇ ਬਾਪ ਇਹੋ ਹੀ ਗੱਲ ਕਵੇਗਾ, ਭਾਈ ਮਾਂ ਦੀ ਗੋਦੀ 'ਚ ਵੜਿਆ ਰਵੀ। ਤੇ ਮਾਂ ਨੂੰ ਵੀ ਇਹੀ ਕਵੇਗਾ, ਭਾਈ ਇਹਨੂੰ ਗੋਦੀ 'ਚ ਲੈ ਕੇ ਬੈਠੀ ਰਹੀ,
ਇਹਨੂੰ ਘਰੋਂ ਬਾਹਰ ਨਾ ਜਾਣ ਦੇਈ, ਇਹਨੂੰ ਖੱਟਣਾ ਕਮਾਉਣਾ ਨਾ ਸਿੱਖਣ ਦੇਈ। ਇਸੇ ਕਰਕੇ ਜਦੋਂ ਗੁਰਬਾਣੀ ਵਿੱਚ ਰੱਬ ਦੀ ਤੇ ਗੁਰੂ ਦੀ ਉਦਾਹਰਨ ਦਿੱਤੀ ਹੈ, ਮਾਂ ਨਾਲ ਦਿੱਤੀ, ਪਿਓ ਨਾਲ ਨਹੀਂ ਦਿੱਤੀ। ਪਿਓ ਨਾਲ ਬਹੁਤ ਘੱਟ ਦਿੱਤੀ ਹੈ। ਜ਼ਿਆਦਾ ਤਸ਼ਬੀਹ ਰੱਬ ਦੀ ਮਾਂ ਨਾਲ ਦਿੱਤੀ ਗਈ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਸਮਝਾਇਆ, ਉਹਨਾਂ ਨੂੰ ਉਪਦੇਸ਼ ਦਿੱਤਾ, ਤੇ ਕੰਮ ਬੜਾ ਸੌਖਾ ਸੀ ਕਿ ਦੁਨੀਆ ਦੇ ਰੰਗ ਤਮਾਸ਼ਿਆਂ ਤੋਂ ਨਿਰਾਸ਼ ਹੋਣਾ ਹੈ, ਭਗਤੀ ਆਪੇ ਸ਼ੁਰੂ ਹੋ ਜਾਏਗੀ। ਪਰ ਇੱਥੇ ਕੀ ਹੋਇਆ? ਇੱਥੇ ਤੁਸੀਂ ਵੇਖਿਆ ਵੀ ਇਸ ਤਰੀਕੇ ਨਾਲ ਭੇਟਾਂ ਗਾਈਆਂ ਗਈਆਂ ਕਿ ਕੋਈ ਦੁਨੀਆ ਦੀ ਫਿਲਮ ਦਾ ਗਾਣਾ ਛੱਡਿਆ ਹੀ ਨਹੀਂ ਗਿਆ। ਤੇ ਫਿਰ ਗਾਉਣ ਵਾਲਾ ਉਦੋਂ ਗਾਹ ਹੋ ਕੇ ਨੱਚਿਆ ਤੇ ਬੀਬੀਆਂ ਉਦੋਂ ਗਾਹ ਹੋ ਕੇ ਡਿੱਗੀਆਂ। ਫਿਰ ਤੇ ਮੈਂ ਕਹਿੰਦਾ ਵੀ ਇਹੋ ਜਿਹਾ ਤੇ ਹੋਰ ਕੀ ਚਾਹੀਦਾ ਜੀ? ਵੀ ਕੋਈ ਫਿਲਮੀ ਤਰਜੀਹ ਨਹੀਂ ਛੱਡੀ ਮੁੜ ਕੇ। ਨਹੀਂ, ਨੱਚਿਆ ਟੱਪਿਆ ਭਗਤ ਨਾ ਹੋਈ। ਇਹ ਨੱਚਣ ਕੁੱਦਣ ਕੀ ਹੈ? ਲਿਖਿਆ ਵੀ ਲਿਖਿਆ ਬਾਣੀ 'ਚ, ਨੱਚਣ ਕੁੱਦਣ ਮਨ ਕਾ ਚਾਓ। ਇਹ ਮਨ ਦੇ ਚਾਅ ਨੇ, ਕਰੋ ਪੂਰੇ, ਕੌਣ ਰੋਕਦਾ ਤੁਹਾਨੂੰ? ਮੰਦਿਰ 'ਚ ਕਰੋ ਬਹਿ ਕੇ, ਜਿੱਥੇ ਮਰਜੀ ਬਹਿ ਕੇ ਕਰੀ ਜਾਓ। ਇਹ ਮਨ ਦੇ ਚਾਅ ਨੇ, ਭਗਤੀ ਨਹੀਂ ਹੈ। ਭਗਤੀ ਕੀ ਹੈ? ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਤੁਹਾਨੂੰ ਦਰਬਾਰ ਸਾਹਿਬ ਦਾ ਕੀਰਤਨ ਕਿਉਂ ਚੰਗਾ ਲੱਗਦਾ ਹੈ? ਕਿਉਂਕਿ ਉਹਦੇ 'ਚ ਭਗੜ ਦਗੜ ਨਹੀਂ ਹੁੰਦੀ। ਉੱਥੋਂ ਦਾ ਜਿਹੜਾ ਸਟਾਈਲ ਹੈ ਨਾ, ਉਹ ਸਾਨੂੰ ਅਪੀਲ ਕਰਦਾ ਹੈ। ਕਿਤੇ ਨਾ ਕਿਤੇ ਨੱਚਦੇ ਟੱਪਦੇ ਮਨ ਨੂੰ ਥੱਲੇ ਲੈ ਕੇ ਆਉਂਦਾ ਵੀ ਨਹੀਂ, ਇਹ ਜ਼ਰੂਰੀ ਨਹੀਂ ਵੀ ਰਾਗੀਆਂ ਦੇ ਨਾਲ ਇਹਦਾ ਗੋਡੇ ਕੁੱਟਣੇ ਨੇ। ਇੱਥੇ ਵੇਖ ਲਓ ਤੇ ਗੋਡੇ ਕੁੱਟੀ ਜਾਂਦੇ ਅਸੀਂ। ਉਹਦਾ ਕਾਰਨ ਵੀ ਨੱਚਣ ਵਾਲੇ ਤਾਲ 'ਚ ਤੇ ਭਾਈ ਸਾਹਿਬ ਗਾ ਰਹੇ ਨੇ। ਮੈਂ ਤੇ ਬੜੀ ਵਾਰੀ ਸੁਣਾਈ, ਮੰਜੀ ਸਾਹਿਬ ਵੀ ਸੁਣਾਈ ਇਹ ਗੱਲ। ਮੈਂ ਤਾਬਿਆ ਬੈਠਾ, ਇੱਥੇ ਰਾਗੀ ਸਿੰਘ ਬੈਠਾ। ਹੁਣ ਉਹਨੇ ਸ਼ਬਦ ਸ਼ੁਰੂ ਕਰ ਲਿਆ, ਚੱਲ 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 ਚੱਲ। ਮੈਂ ਕਹੇ ਤੇ ਹੈ ਜਿਵੇਂ ਭਜਾ ਕੇ ਖੜਨਾ ਹੋਵੇ ਕਿਸੇ ਨੂੰ। ਹੁਣ ਸ਼ਬਦ ਕੀ ਹੈ? ਸ਼ਬਦ ਹੈ ਚੱਲ ਸਖੀਏ, ਚੱਲ ਮੇਲ ਕਰੇ ਹਾਂ ਭੈਣੇ, ਚੱਲ ਚੱਲ ਪ੍ਰਮਾਤਮਾ ਨੂੰ ਮਿਲੀਏ। ਏਡੀ ਵਧੀਆ ਰੀਤ ਹੈ ਕਿ ਇੱਕ ਸਖੀ, ਇੱਕ ਜਗਿਆਸੂ ਭੈਣ ਦੂਜੇ ਨੂੰ ਕਹਿੰਦੀ ਹੈ, ਜਿਵੇਂ ਆਪਾਂ ਕਹਿੰਦੇ ਭੈਣ ਜੀ ਗੁਰਦੁਆਰੇ ਚੱਲੀਏ ਆਪਾਂ, ਇਦਾਂ ਦਾ ਸ਼ਬਦ ਹੈ ਉਹ। ਸ਼ਬਦ ਸੀ ਚੱਲ ਸਖੀਏ, ਚੱਲ ਮੇਲ ਕਰੇ ਹਾਂ। ਹੁਣ ਉਹਨਾਂ ਕੀ ਕੀਤਾ? ਚੱਲ ਚੱਲ ਚੱਲ। ਮੈਂ ਕਹੇ ਤੇ ਐ ਜਿਵੇਂ ਚੁੱਕ ਕੇ ਖੜਨਾ ਹੋਵੇ, ਕਿਡਨੈਪ ਕਰਨ ਵਾਲੀ ਗੱਲ ਹੋ ਗਈ ਹੈ। ਤਾਂ ਹੁਣ ਸਿਰਫ ਉਹਨੂੰ ਉਹਦੇ ਗਾਉਣ ਦੀ ਜਿਹੜੀ ਸਹਿਜ ਸੀਗਾ ਉਹ ਵਿੱਚੋਂ ਖਤਮ ਕਰ ਦਿੱਤਾ। ਸਤਿਗੁਰੂ ਪਿਤਾ ਜੀ ਨੇ ਸਾਨੂੰ ਸਮਝਾਇਆ ਵੀ ਇਹਦੇ ਚੋਂ ਨਿਰਾਸ਼ਤਾ ਲੈ ਕੇ ਆਉਣੀ ਹੈ। ਜਦੋਂ ਤੁਸੀਂ ਲੈ ਆਓਗੇ, ਜੋ ਬਾਕੀ ਬਚੇਗਾ ਸਾਰੀ ਭਗਤੀ ਹੈ। ਗੁਰੂ ਨਾਨਕ ਦੇ ਪਿਤਾ ਜੀ ਨੇ ਇਸ ਕਰੌਂਚ ਦੀਪ ਦੇ ਲੋਕਾਂ ਨੂੰ ਉਪਦੇਸ਼ ਦਿੱਤਾ। ਹਾਂਜੀ, ਸਤ ਸੰਗਤ ਕੀ ਰੀਤ ਚਲਾਈ, ਭਾਉ ਭਗਤ ਨੀਕੇ ਪ੍ਰਗਟਾਈ। ਸਤ ਸੰਗਤ ਕੀ ਰੀਤ ਚਲਾਈ, ਭਾਉ ਭਗਤ ਨੀਕੇ ਪ੍ਰਗਟਾਈ। ਸਤ ਸੰਗਤ ਦੀ ਉੱਥੇ ਮਰਿਆਦਾ ਬੰਨ੍ਹ ਦਿੱਤੀ ਤੇ ਭਾਉ ਤੇ ਭਗਤੀ ਦੋ ਚੀਜ਼ਾਂ ਦ੍ਰਿੜ ਕਰਾ ਦਿੱਤੀਆਂ ਵੀ ਇਹ ਦੋ ਚੀਜ਼ਾਂ ਆਪਣੇ ਪੱਲੇ ਬੰਨ੍ਹ ਲਓ। ਗੋਬਿੰਦ ਭਾਉ ਭਗਤ ਦਾ ਭੁੱਖਾ। ਰੱਬ ਨੂੰ ਕੁਝ ਨਹੀਂ ਚਾਹੀਦਾ ਤੁਹਾਡੇ ਕੋਲ, ਇੱਕ ਭਾਉ ਚਾਹੀਦਾ, ਇੱਕ ਭਗਤੀ ਚਾਹੀਦੀ ਹੈ। ਮਾਂ ਬਾਪ ਕੀ ਚਾਹੁੰਦੇ ਨੇ ਤੁਹਾਡੇ ਕੋਲੋਂ? ਕੱਲ ਇੱਥੇ ਇੱਕ ਭੋਗ ਪਿਆ ਬੰਗਲਾ ਸਾਹਿਬ,
ਉਹ ਕਰਦਿਆਂ ਮੇਰੇ ਪਿੰਡਾਂ ਤੋਂ ਹੀ ਨਿਕਲਿਆ, ਨਾਲ ਦਾ ਪਿੰਡ ਸੀ ਉਹਨਾਂ ਦਾ। ਤੇ ਮੈਂ ਪੁੱਛਿਆ ਉਹਨੂੰ, ਮੈਂ ਕਿਹਾ ਜੀ ਤੁਸੀਂ 2 ਨਾਂ ਲਿਖਾਏ ਨੇ, ਤੁਸੀਂ 2 ਭੈਣਾਂ ਹੀ ਹੋ? ਕਹਿੰਦੀ ਹਾਂ ਜੀ। ਮੈਂ ਅਗਲੀ ਗੱਲ ਨਹੀਂ ਕਹੀ ਉਹਨੂੰ ਵੀ ਤੁਹਾਡਾ ਭਰਾ ਹੈ ਨਹੀਂ, ਕਿਉਂਕਿ ਉਹ ਗੱਲ ਕਹੋਗੇ ਤੇ ਕਿਤੇ ਨਾ ਕਿਤੇ ਜਾ ਕੇ ਇੱਦਾਂ ਹੁੰਦਾ ਕਿ ਅਸੀਂ ਨਾ ਕਿਸੇ ਦੇ ਜ਼ਖਮ ਨੂੰ ਅਸੀਂ ਖਰੋਚਦੇ ਹਾਂ। ਮੈਂ ਨਹੀਂ ਕਿਹਾ ਵੀ ਤੁਹਾਡਾ ਭਰਾ ਹੈ ਨਹੀਂ, ਮੈਂ ਕਿਹਾ ਤੁਸੀਂ 2 ਭੈਣਾਂ ਹੀ ਹੋ? ਕਹਿੰਦੀ ਹਾਂ ਜੀ। ਮੈਂ ਕਿਹਾ ਤੁਸੀਂ ਵੱਡੇ ਹੋ? ਕਹਿੰਦੇ ਨਹੀਂ, ਵੱਡੀ ਤਾਂ ਛੋਟੀ ਦੂਜੀ ਸੀ, ਉਹ ਚਲੀ ਗਈ ਅਮਰੀਕਾ। ਮੈਂ ਕਿਹਾ ਤੁਸੀਂ? ਕਹਿੰਦੀ ਮੈਂ ਇਕੱਲੀ ਰਹਿ ਗਈ। ਉਹਨਾਂ ਨੇ ਮੈਨੂੰ ਪਾਸਪੋਰਟ ਕੱਢ ਕੇ ਵਿਖਾਇਆ ਫੋਨ 'ਚ। ਕਹਿੰਦੇ ਪਿੱਛੇ ਸਾਨੂੰ ਇਮੀਗ੍ਰੇਸ਼ਨ ਮਿਲੀ, ਮੇਰਾ ਬੇਟਾ ਵੀ ਚਲਾ ਗਿਆ, ਮੇਰਾ ਹਸਬੈਂਡ ਵੀ ਚਲਾ ਗਿਆ। ਤੇ ਸਿਰਫ ਇੰਨੀ ਗੱਲ ਫਾਦਰ ਸਾਹਿਬ ਨੇ ਕਹੀ ਕਿ ਬੇਟੇ ਤੁਸੀਂ ਦੋਵੇਂ ਚਲੇ ਜਾਓਗੀਆਂ ਤੇ ਸਾਡੇ ਕੋਲ ਕੌਣ ਹੈ? ਕਹਿੰਦੀ ਮੈਂ ਉੱਥੇ ਹੀ ਫੈਸਲਾ ਕਰ ਲਿਆ ਕਿ ਮੈਂ ਨਹੀਂ ਜਾਣਾ। ਤੂੰ ਦੱਸ ਰਹੀ ਸੀ, ਕਹਿੰਦੀ ਵੀ ਉਹਨਾਂ ਕੋਲੇ ਗ੍ਰੀਨ ਕਾਰਡ ਨੇ ਪਿਓ ਪੁੱਤਰਾਂ ਕੋਲੇ, ਤੇ ਮੇਰੇ ਕੋਲ ਵੀਜ਼ਾ ਸੀ 10 ਸਾਲ ਦਾ, ਉਹ ਵੀ ਖਤਮ ਹੋ ਗਿਆ 20 'ਚ। ਹੁਣ ਐਸੇ ਲੋਕ ਵੀ ਹੈਗੇ ਨੇ। ਮਾਂ ਬਾਪ ਦੇ ਪਿੱਛੇ ਅਮਰੀਕਾ ਛੱਡ ਦਿੱਤੀ, ਪਤੀ ਤੋਂ ਵੀ ਦੂਰੀ ਬਣਾ ਲਈ, ਬੱਚਿਆਂ ਤੋਂ ਵੀ ਦੂਰੀ ਬਣਾ ਲਈ। ਮਾਂ ਬਾਪ ਨੂੰ ਤੁਹਾਡੇ ਤੋਂ ਕੁਝ ਨਹੀਂ ਚਾਹੀਦਾ, ਅਸੀਂ ਭੁਲੇਖੇ 'ਚ। ਰੱਬ ਨੂੰ ਸਾਡੇ ਕੋਲੋਂ ਕੁਝ ਨਹੀਂ ਚਾਹੀਦਾ। ਜਦੋਂ ਸ਼ਬਦੇ ਪੜੋਗੇ ਨਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਉੱਥੇ ਲਿਆ ਕੇ ਜਦੋਂ ਇਹ ਅਰਥ ਕਰੋਗੇ ਨਾ, ਜਿਹੜੇ ਕੱਲ ਵਾਲੇ ਭੈਣ ਜੀ ਦੇ ਨੇ, ਫਿਰ ਜਾ ਕੇ ਸਮਝ ਆਏਗੀ। ਅਸੀਂ ਇਹਨੂੰ ਉਲਟੇ ਰੂਪ 'ਚ ਪੜ੍ਹਦੇ ਹਾਂ। ਨਹੀਂ, ਤੂੰ ਮਾਂ ਪਿਓ ਹੈ, ਇਹਦਾ ਮਤਲਬ ਤੈਨੂੰ ਫਿਕਰ ਹੈ ਸਾਨੂੰ, ਕੋਈ ਤੂੰ ਵਰੀ ਕਰ, ਅਸੀਂ ਕਿਉਂ ਕਰੀਏ? ਤੈਨੂੰ ਫਿਕਰ ਹੋਣਾ ਚਾਹੀਦਾ, ਸਾਨੂੰ ਕਿਉਂ ਹੋਵੇ? ਮਤਲਬ ਤੁਸੀਂ ਮਾਂ ਪਿਓ ਬਣੇ ਰਹੋ, ਮੈਂ ਭਾਵੇਂ ਪੁੱਤ ਰਵਾਂ ਜਾਂ ਨਾ ਰਵਾਂ। ਇੱਦਾਂ ਨਹੀਂ ਹੁੰਦਾ। ਜੇ ਅਸੀਂ ਇਹ ਚਾਹੁੰਦੇ ਹਾਂ ਕਿ ਰੱਬ ਸਾਡੀ ਮਾਂ ਬਾਪ ਬਣ ਕੇ ਪਰਵਰਿਸ਼ ਕਰੇ, ਤਾਂ ਇੱਕ ਹੱਕ ਬਣਾ ਕੇ ਰੱਖਿਓ ਵੀ ਉਹ ਸਾਨੂੰ ਆਪਣਾ ਪੁੱਤਰ ਸਮਝਦੇ ਰਹਿਣ। ਇੰਨਾ ਕੁ ਗੁਰਦੁਆਰੇ ਆਉਣਾ ਜਾਣਾ ਬਣਾ ਕੇ ਰੱਖਿਓ, ਇੰਨਾ ਕੁ ਪਾਠ ਪੂਜਾ ਕਰਦੇ ਰਹੋ, ਇੰਨਾ ਕੁ ਅਧਰਮ ਤੋਂ ਬਚ ਕੇ ਰਹੋ ਵੀ ਰੱਬ ਕਵੇ ਵੀ ਇਹ ਮੇਰਾ ਬੱਚਾ ਹੈ। ਫਿਰ ਕੀ ਹੋਏਗਾ? ਫਿਰ ਪੁੱਛ ਲਿਓ ਗੁਰੂ ਅਰਜਨ ਦੇਵ ਜੀ ਨੂੰ। ਮਹਾਰਾਜ ਕਹਿੰਦੇ ਨੇ, ਆਪਣੇ ਬਾਲਕ ਆਪ ਰੱਖਿਆਨ ਪਾਰ ਬ੍ਰਹਮ ਗੁਰਦੇਵ। ਆਪਣੇ ਬੱਚਿਆਂ ਦੀ ਰੱਬ ਆਪ ਰੱਖਿਆ ਕਰਦਾ। ਫਿਰ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਭਗਤ ਪ੍ਰਹਲਾਦ ਨੇ ਕੀ ਸਾਬਤ ਕੀਤਾ ਸੀ? ਇਹੀ ਨਾ ਕਿ ਮੈਂ ਰੱਬ ਦਾ ਬੱਚਾ ਹਾਂ। ਤੇ ਰੱਬ ਨੇ ਕੀ ਕੀਤਾ? ਉਹ ਹਰਨਾਕਸ਼ ਜਿਹਦੇ ਕੋਲੇ ਇੰਨੇ ਵਰ ਸੀ ਕਿ ਮੈਂ ਮਰਾਂ ਹੀ ਨਾ, ਤੇ ਰੱਬ ਨੇ ਉਹ ਕੰਮ ਕੀਤਾ ਜਿਹੜਾ ਰੱਬ ਆਪ ਨਹੀਂ ਸੀ ਕਰਦਾ। ਕਦੇ ਰੱਬ ਧਰਤੀ ਤੇ ਨਹੀਂ ਆਉਂਦਾ, ਪਰ ਨਰਸਿੰਘ ਰੂਪ ਬਣ ਕੇ ਆ ਗਿਆ। ਆਪਣੇ ਬੱਚੇ ਦੀ ਰੱਖਿਆ ਕੀਤੀ ਉਹਨੇ ਆ ਕੇ। ਹਾਂਜੀ। ਵਿਦਾ ਹੋਏ ਬਹੁਰੋ ਪ੍ਰਸਥਾਨੇ, ਖੋੜਸ ਜੋ ਜਨ ਤਾਹੇ ਪ੍ਰਮਾਨੇ। ਇੱਥੋਂ ਗੁਰੂ ਨਾਨਕ ਦੇ ਪਿਤਾ ਜੀ ਅੱਗੇ ਚੱਲੇ ਨੇ, ਅੱਗੇ ਪ੍ਰਸਥਾਨ ਕੀਤਾ ਹੈ। ਹਾਂਜੀ। ਸਗਰੋ ਛੋੜ ਗਏ ਗੁਰ ਜਬ ਹੀ, ਸਿੰਧ ਦੂਧ ਕੋ ਆਇਓ ਤਬ ਹੀ। ਇਸ ਧਰਤੀ ਨੂੰ ਲੰਘੇ ਤੇ ਅੱਗੇ ਜਿਹੜਾ ਸਮੁੰਦਰ ਆਇਆ ਉਹ ਦੁੱਧ ਵਰਗਾ ਸੀ। ਉਹਦਾ ਪਾਣੀ ਐਵੇਂ ਸੀ ਜਿਵੇਂ ਦੁੱਧ ਹੈ। ਪਿੱਛੇ ਇੱਕ ਸਮੁੰਦਰ ਸੀ ਜਿਵੇਂ ਘਿਓ ਹੁੰਦਾ ਹੈ। ਪਿੱਛੇ ਇੱਕ ਸਮੁੰਦਰ ਐਵੇਂ ਸੀ ਜਿਵੇਂ ਸ਼ਰਾਬ ਹੁੰਦੀ ਹੈ। ਪਿੱਛੇ ਇੱਕ ਸਮੁੰਦਰ ਐਸਾ ਸੀ ਜਿਵੇਂ ਗੰਨੇ ਦਾ ਰਸ ਹੁੰਦਾ ਹੈ। ਹਾਂਜੀ। ਦੀਪ ਸਮਾਨ ਹੁਤੋ ਬਿਸਥਾਰਾ, ਤਿਹ ਪਰ ਗਮਣੇ ਪ੍ਰਭੂ ਉਦਾਰਾ। ਇਹਦੇ ਤੋਂ ਸਤਿਗੁਰੂ ਜੀ ਅੱਗੇ ਇਸ ਸਮੁੰਦਰ ਨੂੰ ਉਲੰਘੇ ਨੇ। ਹਾਂਜੀ। ਤੂਰਨ ਪਹੁੰਚੇ ਪਾਰ ਕਰਾਰੇ, ਗਏ ਅਗਾਰੇ ਦੀਪ ਮਝਾਰੇ। ਇਹਨੂੰ ਪਾਰ ਕਰਕੇ ਜਦੋਂ ਸਤਿਗੁਰੂ ਅਗਲੇ ਦੀਪ ਤੇ, ਅਗਲੇ ਟਾਪੂ ਤੇ, ਅਗਲੇ ਜਖੀਰੇ ਤੇ ਪਹੁੰਚੇ ਨੇ। ਹਾਂਜੀ।
बहत दूध की नदी बहो मिसरी गिर के पूर। ਇਉਂ ਮਾਨੋ ਕਿ ਇੱਥੇ ਮਿਸ਼ਰੀ ਦੇ ਪਹਾੜ ਨੇ ਤੇ ਦੁੱਧ ਦੀਆਂ ਮਾਨੋ ਇੱਥੇ ਨਦੀਆਂ ਵਗਦੀਆਂ ਨੇ। जह सुंदर नारी अदक ज्यों अपसर तन रूर। ਇੱਥੋਂ ਦੇ ਲੋਕ ਬੜੇ ਹੀ ਸੁੰਦਰ ਸਨ। ਇਸਤਰੀਆਂ ਤੇ ਐਵੇਂ ਸੀ ਜਿਵੇਂ ਅਪਸ਼ਰਾ ਹੁੰਦੀਆਂ ਨੇ। ਹਾਂਜੀ। जिसपुर मैं हो तो अवनीपा बैठे तह बेदी कुल दीपा। ਜਿਸ ਨਗਰੀ ਵਿੱਚ ਰਾਜਾ ਰਹਿੰਦਾ ਸੀ ਉਥੋਂ ਦਾ ਉਸ ਨਗਰੀ ਵਿੱਚ ਜਾ ਕੇ ਸਤਿਗੁਰੂ ਜੀ ਨੇ ਆਪਣਾ ਆਸਨ ਕੀਤਾ ਹੈ। ਹਾਂਜੀ। नाम दीप को साख बतायो भोगै सुख विशाल मन पायो। ਇਸ ਦੀਪ ਦਾ ਨਾਂ ਕਵੀ ਜੀ ਨੇ ਸਾਖ ਲਿਖਿਆ ਹੈ। ਭਾਵ ਇਹ ਸਾਗਵਾਨ ਜਿਹੜੀ ਲੱਕੜ ਹੈ ਬ੍ਰਿਕਸ਼ ਹੈ ਉਹਦੇ ਤੋਂ ਹੈ। ਹਾਂਜੀ। गुर अवलोके जब नर नारी कलावान जाने तब पारी। ਇੱਥੋਂ ਦੇ ਲੋਕ ਵੀ ਬੜੇ ਸੁੱਖਾਂ ਵਿੱਚ ਸਨ। ਇਹਨਾਂ ਨੂੰ ਸੁਖ ਵਿਲਾਸ ਦੀ ਕੋਈ ਕਮੀ ਨਹੀਂ ਸੀ। ਪਰ ਜਿਵੇਂ ਹੀ ਇਹਨਾਂ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਇਹ ਵੀ ਅਦਬ ਵਾਲੇ ਲੋਕ ਸਨ। ਆ ਕੇ ਇਹਨਾਂ ਨੇ ਸਤਿਗੁਰੂ ਜੀ ਨੂੰ ਮੱਥਾ ਵੀ ਟੇਕਿਆ, ਭੇਟਾਵਾਂ ਵੀ ਰੱਖੀਆਂ। ਹਾਂਜੀ। आन उपायन तरੈ ਅਗਾਰੀ ਬੰਦਹਿ ਚਰਨ ਕਮਲ ਸੁਖਕਾਰੀ। ਵਾਰੀ ਵਾਰੀ ਆਉਂਦੇ ਨੇ ਗੁਰੂ ਦੇ ਕਮਲ ਰੂਪੀ ਚਰਨਾਂ ਤੇ ਮੱਥਾ ਟੇਕਦੇ ਨੇ, ਜਥਾ ਸ਼ਕਤ ਭੇਟਾ ਗੁਰੂ ਦੇ ਚਰਨਾਂ ਵਿੱਚ ਅਰਪਣ ਕਰਦੇ ਨੇ। ਬਚਨ ਸੁਨਨ ਕੀ ਲਾਲਸ ਕਰ ਕੈ ਬੈਠੇ ਨਿਕਟ ਪਾਉ ਔਰ ਧਰ ਕੈ। ਇਹਨਾਂ ਦੇ ਮਨ ਵਿੱਚ ਇੱਕ ਲਾਲਸਾ ਹੈ ਕਿ ਕਿਸੇ ਦੂਜੇ ਦੇਸ਼ ਤੋਂ ਕੋਈ ਸੰਤ ਆਏ ਨੇ, ਇਹਨਾਂ ਦੇ ਬਚਨ ਸੁਣਨੇ ਚਾਹੀਦੇ ਨੇ, ਇਹਨਾਂ ਦੀ ਬਾਣੀ ਸੁਣਨੀ ਚਾਹੀਦੀ ਹੈ, ਇਹਨਾਂ ਤੋਂ ਉਪਦੇਸ਼ ਲੈਣਾ ਚਾਹੀਦਾ ਹੈ। ਹਾਂਜੀ। ਤਿੰਨ ਸੌ ਬੋਲੇ ਗਿਰਾ ਗੁਸਾਈ ਜਪੋ ਨਾਮ ਹੋਏ ਅੰਤ ਸਖਾਈ। ਇਹ ਲੋਕ ਨੇੜੇ ਹੋ ਕੇ ਬਹਿੰਦੇ ਸਨ, ਪਿਆਰ ਕਰਦੇ ਸਨ ਗੁਰੂ ਜੀ ਨੂੰ, ਤੇ ਗੁਰੂ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ ਵੀ ਭਾਈ ਤੁਸੀਂ ਫਿਰ ਸਿਮਰਨ ਕਰਿਆ ਕਰੋ, ਰੱਬ ਨੂੰ ਯਾਦ ਕਰਿਆ ਕਰੋ। ਵੇਖੋ ਧਰਮ ਦਾ ਪਹਿਲਾ ਪਾਠ ਹੀ ਇਹ ਹੈ ਕਿ ਉਸ ਪ੍ਰਭੂ ਪਰਮਾਤਮਾ ਦੀ ਆਰਾਧਨਾ ਕੀਤੀ ਜਾਏ, ਉਸ ਪ੍ਰਭੂ ਪਰਮਾਤਮਾ ਨੂੰ ਸਿਮਰਿਆ ਜਾਏ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾ। ਹਾਂਜੀ। ਜਿਹ ਕੀ ਚੇਤਨ ਸਤਾ ਐਸੇ ਹਾਰ ਪਰੇ ਸਭ ਲਖੈ ਨ ਕੈਸੇ। ਸਤਿਗੁਰੂ ਜੀ ਕਹਿਣ ਲੱਗੇ ਭਾਈ ਰੱਬ ਦੀ ਚੇਤਨ ਸਤਾ ਐਸੀ ਹੈ, ਦੁਨੀਆ ਥੱਕ ਜਾਏਗੀ ਪਰ ਉਸ ਪਰਮਾਤਮਾ ਦੀ ਚੇਤਨ ਸਤਾ ਦਾ ਕੋਈ ਅੰਤ ਨਹੀਂ ਪਾ ਸਕੇਗਾ। ਕੋਈ ਜਾਣ ਹੀ ਨਹੀਂ ਸਕਦਾ ਕਿ ਉਹ ਪਰਮਾਤਮਾ ਕਿੰਨਾ ਕੁ ਉੱਚਾ ਹੈ, ਕਿੰਨਾ ਕੁ ਵੱਡਾ ਹੈ, ਕਿੱਡੀ ਕੁ ਉਹਦੀ ਸ਼ਕਤੀ ਹੈ। ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਉਹਦਾ ਪੱਲਾ ਕਿੰਨਾ ਕੁ ਵੱਡਾ ਹੈ ਕਿਸੇ ਨੂੰ ਨਹੀਂ ਪਤਾ। ਉਹ ਕਿੱਡਾ ਵੱਡਾ ਰੱਬ ਹੈ ਕਿਸੇ ਨੂੰ ਨਹੀਂ ਪਤਾ। ਹਾਂਜੀ। ਸੂਸ਼ਮ ਅਤਸ਼ੈ ਗੁਪਤ ਮਹਾਨੇ ਮੁਨ ਜਨ ਸਬੈ ਬੇਅੰਤ ਬਖਾਨੈ। ਕੋਈ ਗੁਪਤ ਹੋਵੇ, ਕੋਈ ਪ੍ਰਗਟ ਹੋਵੇ, ਕੋਈ ਮਹਾਨ ਹੋਵੇ, ਕੋਈ ਮੁਨੀ ਹੋਵੇ, ਬੜੇ ਲੋਕ ਨੇ ਜਿਨ੍ਹਾਂ ਨੇ ਉਸ ਰੱਬ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਬਿਆਨਣ ਦੀ ਕੋਸ਼ਿਸ਼ ਕੀਤੀ ਹੈ। ਜਿੰਨੇ ਧਰਮ ਗ੍ਰੰਥ ਨੇ ਇਹ ਸਾਰੇ ਰੱਬ ਬਾਰੇ ਹੀ ਲਿਖੇ ਗਏ ਨੇ, ਪਰ ਅੰਤ ਰੱਬ ਦਾ ਨਾ ਕਿਸੇ ਨੇ ਜਾਣਿਆ ਨਾ ਕਿਸੇ ਨੇ ਪਾਇਆ। ਹਾਂਜੀ। ਜਹ ਸਮਾਨ ਪੁਨ ਪ੍ਰਗਟ ਨ ਕੋਊ ਰੂਪ ਅਚਰਜ ਜਾਨੀਐ ਸੋਊ। ਉਸ ਪ੍ਰਭੂ ਪਰਮਾਤਮਾ ਦੇ ਸਮਾਨ ਕੋਈ ਦੁਨੀਆ ਦੇ ਵਿੱਚ ਨਹੀਂ। ਉਹਦਾ ਰੂਪ ਅਚਰਜ ਹੈ, ਉਹਦੇ ਵਰਗਾ ਪ੍ਰਗਟ ਰੂਪ ਦੇ ਵਿੱਚ ਕੋਈ ਵੀ ਦੂਜਾ ਰੱਬ ਹੈ ਹੀ ਕੋਈ ਨਹੀਂ। ਦੇਖੋ ਦੂਜਾ ਰੱਬ ਹੋਵੇ ਤੇ ਕੋਈ ਉਦਾਹਰਨ, ਕੋਈ ਤਸ਼ਬੀਹ ਆਪਾਂ ਦੇ ਸਕਦੇ ਹਾਂ। ਹਾਂਜੀ। ਜਿਸ ਬਿਨ ਸਰਬ ਰਖੀਕ ਜੇ ਆਹੀ ਕਿਰਿਆ ਏਕ ਕਰ ਸਕਹੀ ਨਾਹੀ। ਜਿਸ ਪ੍ਰਭੂ ਪਰਮਾਤਮਾ ਤੋਂ ਬਿਨਾ ਇੱਕ ਵੀ ਜਿਹੜੀ ਸਾਡੀ ਇੰਦਰੀ ਹੈ ਉਹ ਕਿਰਿਆ ਨਹੀਂ ਕਰ ਸਕਦੀ। ਕਿ ਰੱਬ ਦੀ ਮਰਜ਼ੀ ਤੋਂ ਬਿਨਾ ਅੱਖਾਂ ਵੇਖ ਸਕਦੀਆਂ ਨੇ? ਇਹ ਸਾਡੀਆਂ ਇੰਦਰੀਆਂ ਨੇ, ਗਿਆਨ ਇੰਦਰੀਆਂ।
ਕੀ ਉਹਦੀ ਮਰਜ਼ੀ ਤੋਂ ਬਿਨਾਂ ਨੱਕ ਸਾਹ ਲੈ ਸਕਦੇ ਨੇ, ਕੰਨ ਸੁਣ ਸਕਦੇ ਨੇ? ਨਹੀਂ। ਆ ਜਿਹੜੀ ਚਮੜੀ ਹੈ ਇਹ ਸਪਰਸ਼ ਕਰਕੇ ਦੱਸਦੀ ਹੈ। ਠੰਡੀ ਹਵਾ ਆਵੇ ਤੇ ਕਹਿੰਦੀ ਠੰਡ ਹੈ, ਗਰਮ ਹਵਾ ਆਵੇ ਤੇ ਕਹਿੰਦੀ ਲੂ ਵਗਦੀ ਹੈ। ਸਕਿਨ ਜਿਹੜੀ ਹੈ ਇਹ ਸਪਰਸ਼ ਕਰਕੇ ਦੱਸਦੀ ਹੈ। ਪਰ ਕੀ ਰੱਬ ਦੀ ਮਰਜ਼ੀ ਤੋਂ ਬਿਨਾਂ, ਉਹਦੇ ਹੁਕਮ ਤੋਂ ਬਿਨਾਂ ਇਹ ਕੁਝ ਸੰਭਵ ਹੈ? ਸਤਿਗੁਰੂ ਕਹਿੰਦੇ ਨਹੀਂ। ਜਿਸ ਬਿਨ ਸਰਬ ਰਖੀਕ ਜੇ ਆਹੀ, ਕਿਰਿਆ ਏਕ ਕਰ ਸਕਹੀ ਨਾਹੀ। ਇੱਕ ਵੀ ਕਿਰਿਆ ਇਹ ਸਾਡੇ ਗਿਆਨ ਇੰਦਰੇ ਨਹੀਂ ਕਰ ਸਕਦੇ। ਹਾਂਜੀ। ਗੁਪਤ ਪ੍ਰਗਟ ਅਤ ਸਤਿਆ ਜਾਹੀ, ਸਮਤਾ ਕੋ ਨ ਸਕੈ ਕਰ ਤਾਹੀ। ਇਸ ਕਰਕੇ ਭਾਵੇਂ ਕੋਈ ਗੁਪਤ ਹੈ ਭਾਵੇਂ ਕੋਈ ਪ੍ਰਗਟ ਹੈ, ਜਿੰਨੀ ਮਰਜ਼ੀ ਕੋਈ ਸ਼ਕਤੀ ਹੈ, ਰੱਬ ਦੇ ਤੁਲ, ਰੱਬ ਦੇ ਸਮਾਨ, ਰੱਬ ਦੇ ਬਰਾਬਰ ਕੋਈ ਵੀ ਨਹੀਂ ਹੈ। ਹਾਂਜੀ। ਤੇਹ ਕੀ ਸ਼ਰਨ ਪਰੋ ਸੁਖ ਪਾਵ, ਮਨ ਮਲੀਨਤਾ ਸਰਬ ਮਿਟਾਵ। ਇਸ ਕਰਕੇ ਭਾਈ ਉਸ ਰੱਬ ਦੀ ਸ਼ਰਨ ਵਿੱਚ ਪੈ ਜਾਓ, ਸਾਰੀ ਮਨ ਦੀ ਮੈਲ ਮਿਟ ਜਾਏਗੀ। ਹੁਣ ਸਾਰੀ ਦੁਨੀਆ ਮਨ ਨੂੰ ਪਵਿੱਤਰ ਕਰਨ ਤੇ ਲੱਗੀ ਹੈ, ਸੁੱਚਾ ਕਰਨ ਤੇ ਲੱਗੀ ਹੈ, ਮਨ ਧੋਣ ਤੇ ਲੱਗੇ ਹੋਏ ਆ। ਜਿੰਨੀਆਂ ਧਾਰਮਿਕ ਜਿਹੜੀਆਂ ਪ੍ਰਕਿਰਿਆ ਨੇ ਉਹ ਸਾਰੀਆਂ ਇਸੇ ਗੱਲ ਦਾ ਹੀ ਅਖੀਰ ਨਿਚੋੜ ਨਿਕਲਦਾ ਹੈ ਕਿ ਬੰਦਾ ਆਪਣੇ ਮਨ ਨੂੰ ਪਵਿੱਤਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਉਂਕਿ ਬਾਣੀ ਦਾ ਅਟੱਲ ਫੈਸਲਾ ਹੈ ਕਿ ਮਨ ਮੈਲੇ ਸਭ ਕਿਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਅਗਰ ਮਨ ਮੈਲਾ ਹੈ, ਤੁਹਾਡੀਆਂ ਅੱਖਾਂ ਕਿਵੇਂ ਠੀਕ ਹੋ ਸਕਦੀਆਂ ਨੇ? ਅੱਖਾਂ ਕਦੇ ਠੀਕ ਨਹੀਂ ਵੇਖਣਗੀਆਂ। ਅਗਰ ਮਨ ਮੈਲਾ ਹੈ, ਦਿਮਾਗ ਕਦੇ ਠੀਕ ਨਹੀਂ ਸੋਚੇਗਾ। ਮਨ ਮੈਲਾ ਹੋਏਗਾ ਤੇ ਇਹ ਜ਼ਬਾਨ ਕਦੇ ਠੀਕ ਨਹੀਂ ਬੋਲੇਗੀ, ਇਹ ਕਾਲਾ ਮਾਲਾ ਹੀ ਕਰੇਗੀ। ਕੰਨ ਠੀਕ ਨਹੀਂ ਸੁਣਨਗੇ ਜਿੰਨਾ ਚਿਰ ਮਨ 'ਚ ਗੜਬੜ ਹੈ ਨਾ। ਜਦੋਂ ਮਨ ਠੀਕ ਹੋ ਜਾਏਗਾ ਸਭ ਠੀਕ ਹੋ ਜਾਏਗਾ। ਮੈਂ ਤਾਂ ਬਹੁਤ ਵਾਰੀ ਬੇਨਤੀ ਕੀਤੀ, ਉਦੋਂ ਆ ਟੈਲੀਫੋਨ ਨਹੀਂ ਸੀ ਹੁੰਦੇ, ਡਾਇਲਿੰਗ ਸਿਸਟਮ ਨਹੀਂ ਸੀਗਾ, ਤੋ ਰਿਸੀਵਰ ਚੁੱਕ ਕੇ ਨਾ ਤੇ ਐਕਸਚੇਂਜ ਦੇ ਵਿੱਚੋਂ ਆਵਾਜ਼ ਆਉਂਦੀ ਹੁੰਦੀ ਸੀ, ਆਪਰੇਟਰ ਹੁੰਦਾ ਸੀ, ਤੇ ਉਹਨੂੰ ਕਹਿਣਾ ਪੈਂਦਾ ਸੀ ਵੀ ਫੋਨ ਮਿਲਾ ਦਿਓ। ਹੁਣ ਉਹ ਬਾਪ ਨੇ ਬੱਚੇ ਨੂੰ ਫੋਨ ਮਿਲਾਇਆ, ਉਹ ਹੋਸਟਲ ਵਿੱਚ ਸੀਗਾ। ਹੁਣ ਬਾਪ ਤੇ ਬੱਚਾ ਗੱਲ ਕਰਦੇ ਰਹੇ, ਅਖੀਰ ਬੱਚੇ ਨੇ ਕਿਹਾ ਵੀ ਬਾਪੂ ਜੀ 500 ਰੁਪਈਆ ਭੇਜ ਦਿਓ। ਉਹ ਕਹਿੰਦਾ ਵੀ ਆਵਾਜ਼ ਠੀਕ ਨਹੀਂ ਆ ਰਹੀ। ਉਹ ਕਹਿੰਦਾ ਵੀ ਡੈਡੀ 500 ਰੁਪਈਆ ਭੇਜ ਦਿਓ। ਕਹਿੰਦਾ ਕਾਕਾ ਮੈਨੂੰ ਠੀਕ ਨਹੀਂ ਸੁਣਦਾ। ਓਪਰੇਟਰ ਬੋਲਿਆ ਵਿੱਚੋਂ, ਕਹਿੰਦਾ ਸਾਹ ਜੀ ਬਾਕੀ ਗੱਲਾਂ ਸਾਰੀਆਂ ਠੀਕ ਸੁਣ ਗਈਆਂ, ਆ ਕਾਕਾ 500 ਰੁਪਈਆ ਮੰਗਦਾ ਠੀਕ ਨਹੀਂ ਸੁਣਦਾ। ਉਹ ਕਹਿੰਦਾ ਤੈਨੂੰ ਸੁਣਦਾ, ਤੂੰ ਭੇਜ ਦੇ, ਮੈਨੂੰ ਤਾਂ ਨਹੀਂ ਸੁਣਦਾ। ਬਾਪ ਕਹਿੰਦਾ ਆਪਰੇਟਰ ਨੂੰ, ਕਹਿੰਦਾ ਜੇ ਤੈਨੂੰ ਸੁਣਦਾ ਤੂੰ ਘੱਲ ਦੇ, ਮੈਨੂੰ ਤਾਂ ਨਹੀਂ ਸੁਣਦਾ। ਇਸ ਕਰਕੇ ਜਦੋਂ ਮਨ ਹੀ ਮੈਲਾ ਹੈ, ਇਹਦਾ ਮਤਲਬ ਸਭ ਕੁਝ ਮੈਲਾ ਹੈ। ਜਿੰਨਾ ਚਿਰ ਮਨ ਪਵਿੱਤਰ ਨਹੀਂ, ਅੱਜ ਵੀ ਤੁਸੀਂ ਵੇਖੋ ਕਿਸਾਨ ਬੈਠੇ ਨੇ ਬਾਰਡਰਾਂ ਤੇ, ਸਰਕਾਰ ਦਾ ਮਨ ਠੀਕ ਨਹੀਂ ਹੈ। ਜਿੱਦਣ ਮਨ ਠੀਕ ਹੋਏਗਾ ਕੀ ਫਰਕ ਪੈਣਾ ਹੈ? ਕਹਿ ਦੇਣ ਆਹ ਲਓ ਜੀ ਕੈਂਸਲ ਕੀਤੇ ਸਾਰੇ ਕਾਨੂੰਨ, ਸਭ ਠੀਕ ਹੈ। ਮਨ ਹੀ ਮੈਲਾ, ਕਹਿੰਦੇ ਬੈਠੇ ਰਹਿਣੇ, ਸਾਨੂੰ ਕੀ ਫਰਕ ਪੈਂਦਾ? ਅਸੀਂ ਉਹਦੀਆਂ ਹਜ਼ਾਰ ਕਹਾਣੀਆਂ ਬਣਾਉਂਦੇ ਆ, ਆ ਐਸਾ ਹੈ ਜੀ, ਉਹ ਵੈਸਾ ਹੈ ਜੀ। ਕੁਛ ਨਹੀਂ ਹੈ, ਮਨ ਮੈਲਾ ਹੈ। ਕੋਈ ਗੱਲ ਵੀ ਦੁਨੀਆ ਵਿੱਚ ਕੁਝ ਵੀ ਨਹੀਂ ਹੁੰਦੀ। ਜਦੋਂ ਮਨ ਠੀਕ ਹੈ ਤਾਂ ਸਭ ਠੀਕ ਹੈ, ਜਦੋਂ ਮਨ ਠੀਕ ਨਹੀਂ ਹੈ ਤੇ ਕੁਛ ਵੀ ਠੀਕ ਨਹੀਂ। ਸਿੱਧਾ ਵਿਅਕਤੀ ਵੀ ਟੇਢਾ ਚੱਲੇਗਾ ਜੇ ਮਨ ਠੀਕ ਨਹੀਂ ਹੋਏਗਾ। ਤਾਂ ਸਤਿਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਭਾਈ ਆਪਣੇ ਮਨ ਦੀ ਪਵਿੱਤਰਤਾ ਲੈ ਕੇ ਆਓ, ਉਸ ਪ੍ਰਭੂ ਪਰਮਾਤਮਾ ਨੂੰ ਸਿਮਰੋ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।